कूप परियो जैसे दादरा, कछ देश विदेश न बूझ, ऐसे मेरा मन विख्या विमोहिया, कछ यारा पार ना सूझ, सगल पवन के नायका, सगल पवन के नायका, एक छिन दर्श दिखाए जी। सगल पवन के नायका, मोहे एक छिन दर्श दिखा जा। सगल पवन के नायका, एक छिन दर्श दिखा जा। सगल पवन के नायका, एक दिन दर्श दिखा जा। सगल पवन के नायका, एक दिन दर्श दिखा जा। छिन दर्श दिखा जा, एक छिन दर्श दिखा जा, एक छिन दर्श दिखा जा, एक छिन दर्श दिखा जा। एक दिन दर्श दिखा जा, एक दिन दर्श दिखा जा, एक दिन दर्श दिखा जा, एक दिन दर्श दिखा जा। एक दिन दर्श दिखा जा, दिखा जा। सगल
सगल पवन के नायका एक छिन दर्श दिखा जा। सगल पवन के नायका एक छिन दर्श दिखा जा। सगल पवन के नायका एक छिन दर्श दिखा जा। सगल पवन के नायका एक दिन दर्श दिखा जा। दर्श दिखा जा। सगल पवन के नायका कूप परयो जैसे दादरा कछ देश विदेश न बूझ। ऐसे मेरा मन विख्या विमोहिया कछ आर पार न सूझ। सगल पवन के नायका एक छिन दर्श दिखाए जी। मलन पही मत माधवा तेरी गत लखी न जाए। जोगी सर पावै नहीं तो गन कथन अपार। प्रेम भगत के कारण कह रविदास चमार। भगतां ने रब वस कीता प्रेम दियां पाके डोरा। भगतां ने रब वस कीता प्रेम दियां पाके डोरा। भगतां ने रब वस कीता प्रेम दियां पाके डोरा। रब वस कीता भगतां ने रब वस कीता प्रेम दियां पाके डोरा। भगतां ने रब वस कीता प्रेम दियां पाके डोरा। रहंदे ने मस्त दीवाने रहंदे ने मस्त दीवाने। ने मस्त दीवाने रहंदे ने मस्त दीवाने। रहंदे ने मस्त दीवाने। नाम दियां चढ़ियां लोरा नाम दियां चढ़ियां लोरा। चढ़ियां लोरा नाम दियां चढ़ियां लोरा। नाम दियां चढ़ियां लोरा। भगतां ने रब वस कीता प्रेम दियां पाके डोरा। भगतां ने रब वस कीता प्रेम दियां पाके डोरा। भगतां ने रब वस कीता प्रेम दियां पाके डोरा। भगतां ने रब वस कीता भगतां ने रब वस कीता प्रेम दियां पाके डोरा। ने रब वस कीता प्रेम दियां पाके डोरा। परम सत्कारयोग गुरु रूप गुरु खालसा साध संगत जी,
ਆਪਾਂ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ। ਦੂਸਰੀ ਰਾਤਰੀ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ, ਜਾਂ ਰਾਤਰੀ ਦੇ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਰੰਪਾਰ ਕਿਰਪਾ ਰਹਿਮਤ ਬਖਸ਼ਿਸ਼ ਆਪਣੇ ਤੇ ਵਰਤਾਈ ਹੈ। ਆਪਾਂ ਆਪਣੇ ਸਤਿਗੁਰਾਂ ਦੀ ਮਹਿਮਾ ਕਰਨ ਵਾਸਤੇ ਪਿਛਲੇ 4-5 ਸਾਲਾਂ ਤੋਂ ਲੈ ਕਰਕੇ ਲਗਾਤਾਰ ਸਤਿਗੁਰਾਂ ਦਾ ਜਸ ਮਹਿਮਾ ਵਡਿਆਈ ਇੱਥੇ ਨਗਰ ਗੁੜਥਲੀ ਦੇ ਵਿੱਚ ਆਪ ਸੰਗਤਾਂ ਦਾ ਮਹਾਨ ਵੱਡਾ ਸਹਿਯੋਗ, ਪ੍ਰਬੰਧਕ ਸੱਜਣਾਂ ਦਾ, ਬਿੱਲੂ ਭਾਈ ਸਾਹਿਬ ਹੋਣੀ, ਕੇਸਰ ਸਿੰਘ ਹੋਣੀ, ਜਸ ਹੋਰ ਸਾਰੇ ਪ੍ਰਬੰਧਕ ਸੱਜਣ, ਸੁਰਿੰਦਰ ਸਿੰਘ ਹੋਣੀ, ਬੀਬੀਆਂ ਭੈਣਾਂ ਜਿਹੜੀਆਂ ਤਿੰਨੇ ਦਿਨ ਇੱਥੇ ਸਵੇਰ ਤੋਂ ਸ਼ਾਮ ਤੱਕ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰਦੀਆਂ ਹਨ। ਅਸੀਂ ਤਾਂ 3 ਦਿਨ ਵੇਖਦੇ ਹਾਂ, ਪਰ ਤੁਸੀਂ ਪਹਿਲਾਂ ਵੀ ਦਰਬਾਰ ਸਾਹਿਬ ਦੀ ਸੇਵਾ, ਸਤਿਗੁਰਾਂ ਦੇ ਰਮਾਲੇ ਸਾਹਿਬ ਦੀ ਸੇਵਾ, ਸਤਿਗੁਰਾਂ ਦੇ ਮੰਜੀ ਸਾਹਿਬ ਦੀ ਸੇਵਾ, ਇਹ ਸਾਰੀਆਂ ਸੇਵਾਵਾਂ ਤੁਸੀਂ ਕਰਦੇ ਹੋ। ਸਤਿਗੁਰੂ ਜੀ ਆਪ ਜੀ ਤੇ ਪ੍ਰਸੰਨ ਹਨ, ਆਪ ਜੀ ਨੂੰ ਇਹ ਸੇਵਾਵਾਂ ਦਿੱਤੀਆਂ ਹਨ। ਸੋ ਸਾਧ ਸੰਗਤ ਆਪਾਂ ਆਪਣੇ ਗੁਰੂਆਂ ਦੀ ਮਹਿਮਾ ਕਰਨ ਵਾਸਤੇ ਇਕੱਤਰਿਤ ਹੋਏ ਹਾਂ। ਤਕਰੀਬਨ 6:15 6:30 ਵਜੇ ਤੋਂ ਇਹ ਦੀਵਾਨ ਦੀ ਪ੍ਰਾਰੰਭਤਾ ਹੋ ਗਈ। ਸਾਡੇ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਤਰਲੋਚਨ ਸਿੰਘ ਜੀ ਮਹਾਂਪੁਰਸ਼, ਜਥੇਦਾਰ ਅਮਰਜੀਤ ਸਿੰਘ ਜੀ ਖਾਲਸਾ, ਔਰ ਸਾਡੇ ਉਸਤਾਦ ਜੀ ਬਾਬਾ ਸੁਖਦੇਵ ਸਿੰਘ ਜੀ, ਔਰ ਸਾਡੇ ਜਥੇ ਦੇ ਹੋਰ ਸਾਰੇ ਸਿੰਘਾਂ ਨੇ ਹਾਜ਼ਰੀਆਂ ਭਰੀਆਂ। ਇਹ ਇੱਕ ਦੀਵਾਨ ਹੀ ਨਹੀਂ ਰਹਿ ਗਿਆ, ਇਹ ਸੰਤ ਸਮਾਗਮ ਬਣ ਗਿਆ, ਜਿਹਦੇ ਵਿੱਚ ਆਪਾਂ ਇਤਨੀਆਂ ਰੂਹਾਂ, ਰੱਬ ਰੰਗੀਆਂ ਰੂਹਾਂ ਦੇ ਦੀਦਾਰ ਕਰ ਰਹੇ ਹਾਂ। ਐਸੀਆਂ ਬੰਦਗੀ ਵਾਲੀਆਂ ਰੂਹਾਂ ਸਾਨੂੰ ਮਿਲ ਰਹੀਆਂ ਹਨ, ਪ੍ਰੇਮ ਵਾਲੀਆਂ ਰੂਹਾਂ, ਜਿਹੜੀਆਂ ਰੂਹਾਂ ਪਰਮੇਸ਼ਰ ਦੇ ਨਾਲ ਜੁੜੀਆਂ, ਪਰਮੇਸ਼ਰ ਦਾ ਜਸ ਕਰਨ ਵਾਲੀਆਂ ਰੂਹਾਂ, ਜਿਨ੍ਹਾਂ ਵਾਸਤੇ ਕਿ ਵਿਦਵਾਨ ਕਹਿੰਦੇ ਉਹ ਰੂਹਾਂ ਕਿੱਥੇ ਵਸਦੀਆਂ, ਜੋ ਰੱਬ ਦਾ ਰਸਤਾ ਦੱਸਦੀਆਂ। ਉਹ ਰੂਹਾਂ ਸਾਧ ਸੰਗਤ ਇੱਥੇ ਨਾਮ ਵਿਖਾਜਣ ਆਈਆਂ ਰੂਹਾਂ ਪ੍ਰਦੇਸ਼ ਦੀਆਂ। ਜਿਹੜਾ ਰੱਬ ਦਾ ਜਸ ਕਰਦਾ ਹੈ, ਮਹਿਮਾ ਵਡਿਆਈ ਕਰਦਾ ਹੈ, ਜਿਹਦੇ ਬਚਨ ਸੁਣ ਕੇ ਸਾਨੂੰ ਪ੍ਰਤੀਤ ਆਉਂਦੀ, ਭਰੋਸਾ ਵਿਸ਼ਵਾਸ ਆਉਂਦਾ ਹੈ, ਇਹ ਉਹੀ ਰੂਹਾਂ ਨੇ ਜਿਨ੍ਹਾਂ ਨੂੰ ਅਸੀਂ ਲੱਭਦੇ ਫਿਰਦੇ ਹਾਂ। ਇਹ ਰੂਹਾਂ ਲੱਭਣ ਵਾਸਤੇ ਸਾਨੂੰ ਕਿਸੇ ਜੰਗਲ ਵਿੱਚ ਜਾਣ ਦੀ ਜ਼ਰੂਰਤ ਨਹੀਂ, ਕਿਸੇ ਪਹਾੜਾਂ ਦੀਆਂ ਕੰਧਰਾਂ 'ਤੇ ਜਾਣ ਦੀ ਜ਼ਰੂਰਤ ਨਹੀਂ। ਬੰਦਗੀ ਵਾਲਾ ਸਾਨੂੰ ਮਿਲ ਗਿਆ, ਅਸੀਂ ਉਹਦੇ ਬਚਨ ਸੁਣਨੇ ਸ਼ੁਰੂ ਕਰ ਦਿੱਤੇ। ਜਦੋਂ ਝਾਲਾਂ ਬਾਈ ਚਿਤੌੜਗੜ੍ਹ ਤੋਂ ਆਈ, ਸਾਧ ਸੰਗਤ ਬੜਾ ਦਾਨ ਪੁੰਨ ਕੀਤਾ। ਪੰਡਤ ਇਹ ਕਹਿੰਦੇ ਨੇ ਫਲਾਣੇ ਕੋਲ ਨਾ ਜਾਈ, ਉਹ ਤਾਂ ਪਖੰਡੀ ਹੈ, ਮੇਰੇ ਕੋਲ ਕਰ ਦੇ ਜਿੰਨਾ ਦਾਨ ਕਰਨਾ। ਉਹਦੇ ਕੋਲ ਕਰ ਦਿੱਤਾ। ਦੂਜਾ ਕਹਿੰਦਾ ਲੈ ਉਹਦੇ ਕਿਉਂ ਚਲੀ ਗਈ ਤੂੰ, ਉਹ ਤਾਂ ਪਖੰਡੀ ਹੈ, ਮੇਰੇ ਕੋਲ ਕਿਉਂ ਨਹੀਂ ਆਈ। ਭਾਵ ਕਹਿਣ ਤੋਂ ਸਾਰੇ ਦਾਨ ਪੁੰਨ ਕਰ ਦਿੱਤਾ, ਮਨ ਸ਼ਾਂਤੀ ਨਾ ਹੋਇਆ, ਮਨ ਭਟਕਦਾ ਹੀ ਰਿਹਾ, ਮਨ ਖਿੰਡਿਆ ਹੀ ਰਿਹਾ। ਸਾਧ ਸੰਗਤ ਜੀ, ਸਾਡੇ ਵੀ ਮਨ ਅੱਜ ਖਿੰਡੇ ਹੋਏ ਹਨ। ਤੁਸੀਂ ਗੁਟਕਾ ਸਾਹਿਬ, ਪੋਥੀ ਸਾਹਿਬ ਲੈ ਕੇ ਪਾਠ ਕਰਦੇ ਹੋ, ਕੇਵਲ ਪੋਥੀ ਸਾਹਿਬ ਹੀ ਹੱਥ ਵਿੱਚ ਪਕੜੀਏ, ਧਿਆਨ ਪਤਾ ਨਹੀਂ ਤੁਹਾਡਾ ਕਿੱਥੇ ਕਿੱਥੇ ਜਾਂਦਾ ਹੈ। ਉੱਠਦੇ ਜ਼ਰੂਰ ਹੋ ਸਵੇਰੇ ਤੁਸੀਂ,
ਉੱਠਦੇ ਜ਼ਰੂਰ ਹੋ। ਨਿਤਨੇਮ ਕਰਨ ਵਾਸਤੇ ਇਹ ਤੁਹਾਡਾ ਮਨ ਤੁਹਾਡੇ ਕੰਟਰੋਲ ਵਿੱਚ ਨਹੀਂ ਹੁੰਦਾ। 10 ਦਿਸ ਖੋਜਤ ਮੈਂ ਫਿਰਿਓ, ਜਤ ਪੇਖੋਂ ਤਤ ਸੋਏ। ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਬਿਨਾ ਕਿਰਪਤ ਵਸ ਚਾਜੂ ਕਿਤੇ। ਸਾਧ ਸੰਗਤ ਆ ਬੱਚਿਆਂ ਨੂੰ ਜਦੋਂ ਹਾਰਮੋਨੀਅਮ ਸਿਖਾਉਂਦੇ ਆ, ਐ ਸੁਰ ਦੇ ਉੱਤੇ ਉਂਗਲੀ ਧਰਵਾ ਕੇ ਕੀ ਕਹਿੰਦੇ ਆ, ਕੀ ਪੜੋ ਬੱਚਿਓ। ਮਨ ਸ਼ਾਂਤ ਨ ਹੋਵੇ ਜੀ ਬਿਨਾ ਹਰ ਨਾਮ ਤੋਂ। 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 ਜੀ ਬਿਨਾ ਹਰ ਨਾਮ ਤੋਂ। ਸ਼ਾਂਤ ਨ ਹੋਵੇ, ਸ਼ਾਂਤ ਨ, ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ। ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ। ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ। ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ, ਸ਼ਾਂਤ ਨ ਹੋਵੇ। ਹੋਵੇ ਸ਼ਾਂਤ ਨ ਹੋਵੇ, ਹੋਵੇ ਸ਼ਾਂਤ ਨ ਹੋਵੇ। ਸ਼ਾਂਤ ਨ ਹੋਵੇ ਜੀ ਬਿਨਾ ਹਰ ਨਾਮ ਦੇ। ਮਨ ਸ਼ਾਂਤ ਨ ਹੋਵੇ ਜੀ ਬਿਨਾ ਹਰ ਨਾਮ ਦੇ। ਸ਼ਾਂਤ ਨ ਹੋਵੇ ਜੀ ਬਿਨਾ ਹਰ ਨਾਮ ਤੋਂ। ਸ਼ਾਂਤ ਨ ਹੋਵੇ ਜੀ ਬਿਨਾ ਹਰ ਨਾਮ ਤੋਂ। ਇਹ ਕਿਤੇ ਸ਼ਾਂਤ ਹੁੰਦਾ ਹੈ, ਇਹ ਮਨ ਸ਼ਾਂਤ ਨਹੀਂ ਹੁੰਦਾ, ਭਟਕਣਾ ਚ ਪਿਆ ਰਹਿੰਦਾ। ਕਹਿੰਦੀ ਹੋਰ ਕੋਈ ਹੈ ਇੱਥੇ ਰੱਬ ਦਾ ਪਿਆਰਾ, ਜਿਹੜਾ ਮੇਰਾ ਖਿੰਡੇ ਹੋਏ ਮਨ ਨੂੰ, ਭਟਕਦੇ ਹੋਏ ਮਨ ਨੂੰ ਕਾਬੂ ਚ ਕਰ ਦੇਵੇ। ਜਿਹੜੇ ਦੁਸ਼ਮਣ ਹੁੰਦੇ ਨੇ ਉਹ ਤਾਂ ਕਹਿੰਦੇ ਨੇ ਇੱਥੇ ਨਹੀਂ ਕੋਈ ਹੈਗਾ, ਪੰਡਤ ਹੀ ਨੇ ਬਸ, ਹੋਰ ਨਾ ਕਿਸੇ ਕੋਲ ਜਾਈ। ਜਿਹੜੇ ਪ੍ਰੇਮ ਵਾਲੇ ਹੁੰਦੇ ਨੇ ਕਹਿੰਦੇ ਉਹ ਬਾਹਰ ਬਾਹਰ। ਔਰ ਇੱਕ ਕੱਖਾਂ ਕਾਨਿਆਂ ਦੀ ਛੱਪਰੀ ਦੇ ਵਿੱਚ ਰਹਿਣ ਵਾਲਾ ਸੀਰ ਗੋਵਰਧਨ, ਸੀਰ ਗੋਵਰਧਨ ਦੇ ਵਿੱਚ ਰਹਿਣ ਵਾਲਾ, ਚਮੜੇ ਦਾ ਕੰਮ ਕਰਨ ਵਾਲਾ, ਲੋਕੀ ਉਹਨੂੰ ਚਮਾਰ ਕਹਿ ਕੇ ਬੁਲਾਉਂਦੇ ਐ, ਪਰ ਇੰਨੀ ਕੁ ਬੰਦਗੀ ਕਰਦਾ ਹੈ, ਇਉਂ ਮਹਿਸੂਸ ਹੁੰਦਾ ਹੈ ਜਦੋਂ ਜਾ ਕੇ ਉਹਦਾ ਦਰਸ਼ਨ ਕਰ ਲਈਏ ਨਾ, ਫਿਰ ਚਿੱਤ ਕਰਦਾ ਜੀ ਕਰਦਾ ਮੈਂ ਤੈਨੂੰ ਵੇਖੀ ਜਾਵਾਂ, ਤੇਰੇ ਵਿੱਚੋਂ ਰੱਬ ਦਿਸਦਾ। ਚਿੱਤ ਕਰਦਾ ਮੈਂ ਤੈਨੂੰ ਵੇਖੀ ਜਾਵਾਂ, ਤੇਰੇ ਵਿੱਚੋਂ ਰੱਬ ਦਿਸਦਾ। ਕਰਦਾ ਮੈਂ ਤੈਨੂੰ ਦੇਖੀ ਜਾਵਾਂ, ਤੇਰੇ ਵਿੱਚੋਂ ਰੱਬ ਦਿਸਦਾ। ਗੱਜ ਕੇ ਕਰਦਾ ਮੈਂ ਤੈਨੂੰ ਦੇਖੀ ਜਾਵਾਂ, ਤੇਰੇ ਵਿੱਚੋਂ ਰੱਬ ਦਿਸਦਾ। ਕਰਦਾ ਮੈਂ ਤੈਨੂੰ ਵੇਖੀ ਜਾਵਾਂ, ਤੇਰੇ ਵਿੱਚੋਂ ਰੱਬ ਦਿਸ। ਤੇਰੇ ਵਿੱਚੋਂ ਜੀ ਰੱਬ ਦਿਸਦਾ, ਤੇਰੇ ਵਿੱਚੋਂ ਮਾਲਕਾ ਰੱਬ ਦਿਸਦਾ। ਤੇਰੇ ਵਿੱਚੋਂ ਰੱਬ ਦਿਸਦਾ, ਤੇਰੇ ਵਿੱਚੋਂ ਜੀ ਰੱਬ ਦਿਸਦਾ। ਤੇਰੇ ਵਿੱਚੋਂ ਜੀ ਰੱਬ ਦਿਸਦਾ, ਤੇਰੇ ਵਿੱਚੋਂ ਜੀ ਰੱਬ
ਰੱਬ ਦਿਸਦਾ। ਚਿੱਤ ਕਰਦਾ ਮੈਂ ਤੈਨੂੰ ਵੇਖੀ ਜਾਵਾਂ, ਚਿੱਤ ਕਰਦਾ ਮੈਂ ਤੈਨੂੰ ਵੇਖੀ ਜਾਵਾਂ, ਕਰਦਾ ਮੈਂ ਤੈਨੂੰ ਦੇਖੀ 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 ਜਾਵਾਂ, ਕਰਦਾ ਮੈਂ ਤੈਨੂੰ ਵੇਖੀ ਜਾਵਾਂ, ਤੇਰੇ ਵਿੱਚੋਂ ਰੱਬ ਦਿਸਦਾ। ਚਿੱਤ ਕਰਦਾ ਮੈਂ ਤੈਨੂੰ ਵੇਖੀ ਜਾਵਾਂ, ਤੇਰੇ ਵਿੱਚੋਂ ਰੱਬ ਦਿਸਦਾ। ਕਰਦਾ ਮੈਂ ਤੈਨੂੰ ਦੇਖੀ ਜਾਵਾਂ, ਤੇਰੇ ਵਿੱਚੋਂ ਰੱਬ ਦਿਸਦਾ। ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ, ਤੇਰੇ ਵਿੱਚੋਂ ਰੱਬ ਦਿਸਦਾ। ਤੇਰੇ ਵਿੱਚੋਂ ਰੱਬ ਦਿਸ ਤੈਨੂੰ ਦੇਖੀ ਜਾਵਾਂ, ਤੇਰੇ ਵਿੱਚੋਂ ਰੱਬ ਦਿਸਦਾ। ਇਸ ਤਰ੍ਹਾਂ ਦੇ ਨਾਲ ਉਹ ਪ੍ਰੇਮ ਦੇ ਵਿੱਚ ਆਇਆ ਹੋਇਆ ਝਾਲਾ ਨੂੰ ਦੱਸਦਾ ਹੈ। ਝਾਲਾ ਨੇ ਦੀਦਾਰ ਕੀਤਾ, ਬਸ ਜਿਹੜਾ ਵੀ ਸਤਿਗੁਰਾਂ ਦਾ ਦੀਦਾਰ ਕਰਦਾ ਹੁੰਦਾ ਉਹ ਸਤਿਗੁਰਾਂ ਦੇ ਬਣ ਕੇ ਰਹਿ ਜਾਂਦਾ ਹੁੰਦਾ। ਬੀਬੀਆਂ ਨੇ ਲਾਉਣਾ ਦੀਵਾਨ ਅੱਜ ਦਾ। ਇੰਨੀਆਂ ਗੱਲਾਂ 3 ਦਿਨ ਦੀਆਂ ਨਹੀਂ ਮੁੱਕੀਆਂ, ਹੁਣ ਕਿੱਥੇ ਮੁੱਕਣੀਆਂ ਨੇ 40 ਮਿੰਟਾਂ 'ਚ। ਉਹਨਾਂ ਨੂੰ ਹਜੇ ਵੀ ਨਹੀਂ ਪਤਾ ਵੀ ਸਾਨੂੰ ਹੀ ਕਹਿ ਰਹੇ ਨੇ। ਸੋ ਸਾਧ ਸੰਗਤ, ਸਤਿਗੁਰਾਂ ਦੀ ਮਹਿਮਾ ਦਿਨ ਪ੍ਰਤੀ ਦਿਨ ਵੱਧਦੀ ਜਾਂਦੀ ਹੈ। ਅੱਜ ਸਾਧ ਸੰਗਤ ਜੀ, ਮੁਲਤਾਨ ਦੇ ਵਿੱਚ ਰਹਿਣ ਵਾਲਾ ਗੋਰਖਨਾਥ, ਪਤਾ ਲੱਗਿਆ ਸੀਰ ਗੋਵਰਧਨ ਦੇ ਵਿੱਚ ਇੱਕ ਭਗਤੀ ਵਾਲਾ, ਇੱਕ ਸ਼ਕਤੀ ਵਾਲਾ, ਇੱਕ ਸਾਧੂ, ਇੱਕ ਮਹਾਂਪੁਰਸ਼, ਇੱਕ ਰੱਬ ਰੰਗੀ ਰੂਹ ਰਹਿੰਦੀ ਹੈ। ਜਾ ਕੇ ਵੇਖ ਕੇ ਤਾਂ ਆਵਾਂ ਕਿੰਨੀ ਕੁ ਸ਼ਕਤੀ ਉਹਦੇ ਵਿੱਚ, ਜਾ ਕੇ ਵੇਖਾਂ ਤਾਂ ਸਹੀ। ਸਾਧ ਸੰਗਤ ਜੀ, ਮੁਲਤਾਨ ਤੋਂ ਚੱਲ ਕੇ ਗੋਰਖਨਾਥ ਪਹੁੰਚ ਗਿਆ। ਸਾਧ ਸੰਗਤ ਜੀ ਸੀਰ ਗੋਵਰਧਨ ਦੇ ਵਿੱਚ, ਕਾਸ਼ੀਪੁਰੀ ਦੇ ਵਿੱਚ ਪਹੁੰਚ ਗਿਆ। ਪੁੱਛਦਾ ਫਿਰਦਾ ਹੈ, ਇੱਥੇ ਕੋਈ ਐਸਾ ਸੰਤ ਰਹਿੰਦਾ ਜਿਹਦਾ ਪ੍ਰਤਾਪ ਸਾਰਿਆਂ ਤੋਂ ਹੀ ਜ਼ਿਆਦਾ ਹੋਵੇ, ਜਿਹਦੀ ਮਹਿਮਾ, ਜਿਹਦੀ ਵਡਿਆਈ ਸਾਰਿਆਂ ਤੋਂ ਹੀ ਜ਼ਿਆਦਾ ਹੋਵੇ। ਕੋਈ ਆਪਦੇ ਬ੍ਰਾਹਮਣ ਦਾ ਨਾਮ ਲੈਂਦਾ, ਕੋਈ ਆਪਣੇ ਪੰਡਤ ਦਾ ਨਾਮ ਲੈਂਦਾ, ਸਤਿਗੁਰਾਂ ਦਾ ਨਾਮ ਕੋਈ ਲੈਂਦਾ ਹੀ ਨਹੀਂ। ਸਾਧ ਸੰਗਤ, ਹੁਣ ਜਦੋਂ ਪੁੱਛਦਾ ਫਿਰੀ ਗਿਆ ਤਾਂ ਕਿਸੇ ਨੇ ਕਹਿ ਦਿੱਤਾ, ਇਹ ਤਾਂ ਆਪੋ ਆਪਣੇ ਗੁਰੂਆਂ ਦੀ ਪ੍ਰਭਤਾ ਕਰਦੇ, ਮਹਿਮਾ ਕਰਦੇ ਹਨ। ਜੇ ਤੂੰ ਬੰਦਗੀ ਵਾਲਾ ਪਰਮੇਸ਼ਰ ਦਾ ਖਾਸ ਰੂਪ ਦੇਖਣਾ ਚਾਹੁੰਦਾ ਹੈ, ਆਓ ਚਮੜੇ ਦਾ ਕੰਮ ਕਰਨ ਵਾਲਾ ਰਵਿਦਾਸ ਬੈਠਾ ਹੈ, ਜਾ ਕੇ ਕਰ ਲੈ ਦੀਦਾਰ ਉਹਦੇ। ਜਦੋਂ ਸਤਿਗੁਰਾਂ ਦੇ ਕੋਲ ਜਾ ਕੇ ਗੋਰਖਨਾਥ ਬੈਠਿਆ, ਵੱਡੀਆਂ ਵੱਡੀਆਂ ਗੱਲਾਂ ਕਰਦਾ। ਸਾਧ ਸੰਗਤ, ਵੱਡੀਆਂ ਵੱਡੀਆਂ ਗੱਲਾਂ ਕਰਦਾ। ਤੂੰ ਨਾਮ ਕਿਵੇਂ ਜਪਣ ਲੱਗ ਗਿਆ? ਤੈਨੂੰ ਨਾਮ ਕਿਹਨੇ ਦਿੱਤਾ? ਤੂੰ ਬੰਦਗੀ ਕਿਉਂ ਕਰਨ ਲੱਗ ਗਿਆ? ਸਾਧ ਸੰਗਤ ਜੀ, ਜਦੋਂ ਸਵਾਲ ਕਰੀ ਜਾ ਰਿਹਾ ਹੈ, ਤਦੋਂ ਉਹਦੇ ਸਾਰੇ ਸਵਾਲਾਂ ਦੇ ਜਵਾਬ ਮਿਲਦੇ ਜਾ ਰਹੇ ਹਨ। ਸਤਿਗੁਰਾਂ ਨੇ ਕੋਈ ਸ਼ੰਕਾ ਰਹਿਣ ਹੀ ਨਾ ਦਿੱਤੀ, ਕਿਉਂਕਿ ਬਾਬਾ ਜੀ ਕਹਿੰਦੇ ਹੁੰਦੇ, ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਪੈ ਜੇ ਸ਼ੰਕਾ। ਜਦੋਂ ਇੱਕ ਵਾਰ ਆਪਣੇ ਗੁਰੂ ਪ੍ਰਤੀ, ਆਪਣੇ ਸਾਧੂ ਪ੍ਰਤੀ ਸ਼ੰਕਾ ਉਤਪੰਨ ਹੋ ਗਈ ਨਾ, ਇਹ ਕਦੇ ਖਤਮ ਨਹੀਂ ਹੋਣੀ। ਜੇ ਗੁਰੂ ਪੂਰਾ ਹੋਏਗਾ, ਸਾਰੇ ਸੰਸ਼ੇ ਸ਼ੰਕੇ ਨਿਵਰਤ ਕਰ ਦੇਗਾ। ਪੂਰਾ ਸਾਧੂ ਕੋਈ ਸ਼ੰਕਾ ਰਹਿਣ ਹੀ ਨਹੀਂ ਦੇਗਾ।
ਹਾਂ ਜੇ ਟੁੱਟਣ ਤੇ ਲਾਕੀ ਬੰਨ ਲਿਆ ਕਿ ਮੈਂ ਹੁਣ ਇਹਦੇ ਨਾਲ ਜੁੜਨਾ ਹੀ ਨਹੀਂ, ਮੈਂ ਇਹਦੀ ਸੰਗਤ ਦਾ ਪਰਿਤਿਆਗ ਕਰਨਾ ਹੈ, ਫਿਰ ਸਾਧੂ ਚਾਹੇ ਪ੍ਰਤੱਖ ਸ਼ਕਤੀਆਂ ਦਿਖਾਈ ਜਾਵੇ, ਫਿਰ ਉਹ ਜੁੜ ਨਹੀਂ ਸਕਦਾ ਹੁੰਦਾ, ਫਿਰ ਉਹ ਟੁੱਟ ਕੇ ਰਹਿੰਦਾ ਸਾਧ ਸੰਗਤ। ਪਰ ਜਿਹਨੇ ਥੋੜੀ ਜਿੰਨੀ ਵੀ ਕਦਰ ਕੀਤੀ ਹੋਵੇ ਗੁਣਾਂ ਦੀ, ਉਹ ਫਿਰ ਛੱਡ ਕੇ ਨਹੀਂ ਜਾਂਦਾ ਹੁੰਦਾ। ਉਹ ਸਮਝ ਲੈਂਦਾ ਹੁੰਦਾ ਕਿ ਜੋ ਸ਼ਕਤੀਆਂ, ਜੋ ਤਾਕਤਾਂ ਇਹਨਾਂ ਦੇ ਕੋਲ ਨੇ, ਉਹ ਇਹਨਾਂ ਦੀਆਂ ਹੀ ਨੇ। ਸਾਧ ਸੰਗਤ ਉਹ ਸਵਾਲ ਕਰੀ ਗਿਆ ਔਰ ਸਤਿਗੁਰੂ ਜਵਾਬ ਦੇਈ ਗਏ। ਐਸੇ ਐਸੇ ਬਚਨ ਕਰਦੇ ਸਨ ਸਤਿਗੁਰਾਂ ਦੇ, ਐਸੇ ਐਸੇ ਪ੍ਰਵਚਨ ਸਨ, ਕੋਈ ਮਾੜੀ ਮੋਟੀ ਗੱਲ ਨਹੀਂ। ਬਾਣੀ ਬਾਣ ਸ਼ਬਦ ਦੇ ਮਾਰੇ ਰਾਜੇ ਜੋਗੀ ਹੋ ਗਏ ਨੇ। ਜਦੋਂ ਸਤਿਗੁਰੂ ਬਾਣੀ ਦੇ ਬਾਣ ਮਾਰਦੇ ਨਾ, ਹੁਣ ਤਾਂ ਸਾਡੇ ਬਾਣ ਬੜੇ ਵੱਜਦੇ ਐ, ਸਾਨੂੰ ਬਥੇਰਾ ਕੁਝ ਸੁਣਾਇਆ ਜਾਂਦਾ ਹੈ। ਆ ਬਚਨ ਰੂਪੀ ਬਾਣ ਹਿਰਦੇ 'ਚ ਲੱਗਦਾ, ਹਿਰਦਾ ਇੰਨਾ ਕਠੋਰ ਹੋ ਗਿਆ, ਬਾਣ ਹਿਰਦੇ ਵਿੱਚ ਨਹੀਂ ਵੱਜਦਾ, ਵਿੰਗਾ ਹੋ ਕੇ ਡਿੱਗੀ ਜਾਂਦਾ। ਹਿਰਦੇ ਵਿੱਚ ਪ੍ਰਵਚਨ ਧੱਸਦਾ ਹੀ ਨਹੀਂ। ਜੋ ਬਚਨ, ਜੋ ਗਿਆਨ ਸਾਨੂੰ ਮਿਲ ਰਿਹਾ ਹੈ ਨਾ, ਅਸੀਂ ਇਸ ਕੰਨ ਦੇ ਵਿੱਚ ਦੀ ਵੈਸੇ ਤਾਂ ਪਾਉਂਦੇ ਹੀ ਨਹੀਂ। ਕਈ ਵਾਰੀ ਗੱਲਾਂ ਵੱਲ ਖਿਆਲ, ਜੇ ਇਧਰਲੇ ਪਾਸੇ ਦੀ ਪੈ ਵੀ ਗਿਆ ਤਾਂ ਉਧਰਲੇ ਪਾਸੇ ਦੀ ਕੱਢ ਦਿੰਦੇ ਹਾਂ। ਗਿਆਨ ਹਿਰਦੇ 'ਚ ਨਹੀਂ ਵਸਾਉਂਦੇ। ਸਾਧ ਸੰਗਤ ਜੀ, ਸਤਿਗੁਰੂ ਐਸੇ ਐਸੇ ਬਾਣ ਮਾਰਦੇ, ਆ ਜਰਾ ਗੱਜ ਕੇ ਸਾਥ ਦਿਓ ਭਾਈ। ਬਾਣੀ ਬਾਣ ਸ਼ਬਦ ਦੇ ਮਾਰੇ ਰਾਜੇ ਜੋਗੀ ਹੋ ਗਏ ਨੇ। ਬਾਣੀ ਬਾਣ ਸ਼ਬਦ ਦੇ ਮਾਰੇ ਰਾਜੇ ਜੋਗੀ ਹੋ ਗਏ ਨੇ। ਰਾਜੇ ਜੋਗੀ ਹੋ ਗਏ ਨੇ। ਬਾਣੀ ਬਾਣ ਸ਼ਬਦ ਦੇ ਮਾਰੇ ਰਾਜੇ ਜੋਗੀ ਹੋ ਗਏ ਨੇ। ਹੁਣ ਕੋਈ ਸਾਧੂ ਆਈ ਜਾਵੇ ਆਪਣੇ ਗੁੜਥਲੀ ਦੇ ਵਿੱਚ, ਕਿਸੇ ਸਾਧੂ ਨੂੰ ਇਹ ਨਹੀਂ ਕਹਿਣਾ ਪਊਗਾ ਚੁੱਪ ਦਾ ਦਾਨ ਬਖਸ਼ੋ। ਕਿਸੇ ਸਾਧੂ ਨੂੰ ਇਹ ਨਹੀਂ ਕਹਿਣਾ ਪਊਗਾ ਤਿੰਨਾਂ ਹਿੱਸਿਆਂ 'ਚ ਬੋਲੋ। ਕਿਸੇ ਸਾਧੂ ਨੂੰ ਇਹ ਨਹੀਂ ਕਹਿਣਾ ਪਊ ਤੁਹਾਨੂੰ ਧਾਰਨਾ 'ਚ ਨਹੀਂ ਬੋਲਣਾ ਆਉਂਦਾ। ਤੁਸੀਂ ਦੱਸ ਦਿਓ ਕਿ ਮਲੇਸ਼ੀਆ ਵਾਲੇ ਆਉਂਦੇ ਹੁੰਦੇ, ਕਣਗਸਾਂ ਵਾਲੇ ਆਉਂਦੇ ਹੁੰਦੇ, ਸਾਨੂੰ ਸਿਖਾ ਕੇ ਧਾਰਨਾ 'ਚ ਕਿੱਦਾਂ ਬੋਲੀਦਾ ਹੁੰਦਾ ਹੈ। ਹੁਣ ਤੁਹਾਨੂੰ ਸਾਧ ਸੰਗਤ ਜੀ ਕੋਈ ਇਹ ਨਹੀਂ ਕਹੂਗਾ ਤੁਸੀਂ ਧਾਰਨਾ 'ਚ ਨਹੀਂ ਬੋਲਦੇ, ਤੁਹਾਡੀ ਆਵਾਜ਼ ਨਹੀਂ ਆਉਂਦੀ, ਤੁਸੀਂ ਪਿੱਛੇ ਪਿੱਛੇ ਕਾਹਤੇ ਬੈਠੇ ਹੋ। ਤੁਸੀਂ ਸਿੱਖ ਗਏ, ਸਾਡਾ ਆਇਆ ਸਫਲਾ ਹੋ ਗਿਆ। ਆ ਸਾਧ ਸੰਗਤ ਕਰੀਏ ਰਸਨਾ ਪਵਿੱਤਰ। ਬਾਣੀ ਬਾਣ ਸ਼ਬਦ ਦੇ ਮਾਰੇ ਰਾਜੇ ਜੋਗੀ ਹੋ ਗਏ। ਬਾਣੀ ਬਾਣ ਸ਼ਬਦ ਦੇ ਮਾਰੇ ਹਾਂਜੀ ਜੋਗੀ ਹੋ ਗਏ ਨੇ। ਬਾਣੀ ਬਾਣ ਸ਼ਬਦ ਦੇ ਮਾਰੇ ਰਾਜੇ ਜੋਗੀ ਹੋ ਗਏ ਨੇ। ਬਾਣੀ ਬਾਣ ਸ਼ਬਦ ਦੇ ਮਾਰੇ ਰਾਜੇ ਜੋਗੀ ਹੋ ਗਏ ਨੇ। जोगी हो गए, जोगी हो गए ने राजे। जोगी हो गए ने राजे जोगी हो गए ने। बाणी बाण शब्द दे मारे राजे जोगी हो गए। बाणी बाण शब्द दे मारे जोगी हो गए ने। बाणी बाण शब्द दे मारे राजे जोगी हो गए ने। बाणी बाण शब्द दे मारे राजे
ਇਸ ਤਰ੍ਹਾਂ ਜੋ ਬਾਣ ਵੱਜਦੇ ਹਨ ਤਾਂ ਹਿਰਦੇ ਵਿੱਚ ਧੱਸਦੇ ਹਨ ਅਤੇ ਫਿਰ ਵੈਰਾਗ ਲੱਗ ਜਾਂਦਾ ਹੈ, ਹੰਕਾਰ ਦਾ ਪਰਿਤਿਆਗ ਹੋ ਜਾਂਦਾ ਹੈ। ਗੋਰਖਨਾਥ ਨੇ ਜਿੰਨੇ ਸਵਾਲ ਕੀਤੇ, ਸਤਿਗੁਰਾਂ ਨੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ। ਗੋਰਖਨਾਥ ਪ੍ਰਸੰਨ ਹੋ ਗਿਆ ਵੀ ਇਤਨਾ ਵਿਦਵਾਨ, ਕਾਸ਼ੀ ਦੇ ਵਿੱਚ ਸ਼ੂਦਰ ਜਾਤੀ ਨਾਲ ਸੰਬੰਧ ਰੱਖਣ ਵਾਲਾ, ਹੁਣ ਕਹਿੰਦਾ ਲਿਆ ਮੈਂ ਤੇਰੇ ਤੇ ਬੜਾ ਪ੍ਰਸੰਨ ਹਾਂ, ਲਿਆ ਮੈਨੂੰ ਕੁਛ ਛਕਾ ਦੇ। ਹੁਣ ਸਤਿਗੁਰਾਂ ਦੇ ਕੋਲ ਤਾਂ ਬਠਲੀ ਪਈ ਸੀ ਜਿਹਦੇ 'ਚ ਚਮੜਾ ਭਿਉਂ ਕੇ ਰੱਖਦੇ ਸਨ। ਸਤਿਗੁਰਾਂ ਨੇ ਬੁੱਕ ਭਰਿਆ, ਕਹਿੰਦੇ ਲਓ ਨਾਥ ਜੀ ਛਕ ਲਓ। ਕਹਿੰਦਾ ਕਿੰਨਾ ਮੂਰਖ ਹੈ ਇਹ, ਇਹਨੂੰ ਪਤਾ ਹੀ ਨਹੀਂ ਵੀ ਮੈਂ ਯੋਗੀ ਨਾਥ ਹਾਂ, ਮੈਂ ਸ਼੍ਰੋਮਣੀ ਯੋਗੀ ਹਾਂ, ਮੈਂ ਜੋਗੀਆਂ ਦਾ ਸ਼੍ਰੋਮਣੀ ਹਾਂ। ਸਾਰੇ ਛੋਟੇ ਛੋਟੇ ਰਾਜੇ ਮੇਰੇ ਵਜ਼ੀਰ, ਬੜੇ ਬੜੇ ਰਾਜੇ, ਵਜ਼ੀਰ, ਮੀਰ ਸਭ ਮੇਰੇ ਦਾਸ ਨੇ, ਸਭਨਾਂ ਦੇ ਕੰਨਾਂ 'ਚ ਮੁੰਦਰਾਂ ਮੈਂ ਪਾਈਆਂ ਨੇ। ਸਾਧ ਸੰਗਤ ਜਦੋਂ ਇਸ ਤਰ੍ਹਾਂ ਦੇ ਨਾਲ ਇਹ ਬਚਨ ਹੋਏ, ਕਮਾਲ ਹੋ ਗਈ। ਸਾਧ ਸੰਗਤ ਕਹਿੰਦਾ ਮੈਨੂੰ ਆ ਦੇ ਦਿੱਤੇ ਤੁਸੀਂ ਚਮੜੇ ਦਾ ਪਾਣੀ ਪੀਣ ਦੇ ਵਾਸਤੇ, ਇਹ ਕਿਵੇਂ ਹੋ ਸਕਦਾ ਹੈ? ਇਹ ਤਾਂ ਅੱਛੀ ਗੱਲ ਨਹੀਂ ਹੈ। ਸਾਧ ਸੰਗਤ ਐ ਬੁੱਕ ਦੇ ਵਿੱਚੋਂ ਪਾਣੀ ਡੋਲ ਕੇ ਬਠਲੀ ਦਾ ਚਲਿਆ ਜਾਂਦਾ ਹੈ। ਇਹ ਤਾਂ ਚਲਿਆ ਗਿਆ। ਇਸ ਤੋਂ ਬਾਅਦ ਵਿੱਚ ਸਾਧ ਸੰਗਤ ਆ ਇੱਕ ਰਾਣੀ ਜਿਹੜੀ ਬ੍ਰਹਮ ਗਿਆਨ ਦੀ ਦਾਤ ਲੈਣ ਵਾਲੀ, ਪਰਮੇਸ਼ਰ ਦੀ ਪ੍ਰਾਪਤੀ ਦੇ ਵਾਸਤੇ ਸੰਸਾਰ ਵੱਲੋਂ ਮਨ ਉਚਾਟ ਕਰੀ ਫਿਰਦੀ ਹੈ, ਚੰਦਰ ਪ੍ਰਭਾ ਰਾਣੀ। ਸਾਧ ਸੰਗਤ ਮਨ ਵਿੱਚ ਵੈਰਾਗ ਹੈ, ਮੈਨੂੰ ਪੂਰਾ ਗੁਰੂ ਮਿਲ ਜਾਏ, ਕਿਉਂਕਿ ਉਸਨੇ ਸੁਣਿਆ ਹੈ ਕਿ ਜਿੰਨੀ ਦੇਰ ਤੱਕ ਪੂਰੇ ਗੁਰੂ ਦਾ ਮਿਲਾਪ ਨਹੀਂ ਨਾ ਹੁੰਦਾ, ਉਨੀ ਦੇਰ ਤੱਕ ਏਮ ਆਫ ਲਾਈਫ ਸਾਡਾ ਸਫਲਾ ਨਹੀਂ। ਸਾਡੇ ਪਾਸ ਕੋਈ ਟਾਰਗੇਟ ਨਹੀਂ ਹੈ, ਸਾਡੇ ਪਾਸ ਕੋਈ ਏਮ ਆਫ ਲਾਈਫ ਨਹੀਂ ਹੈ। ਸਾਡਾ ਗੁਰੂ ਡਾਰਕਨੈਸ ਦੇ ਵਿੱਚੋਂ ਕੱਢ ਕੇ ਗਿਆਨ ਦੇ ਵਿੱਚ, ਪ੍ਰਕਾਸ਼ ਦੇ ਵਿੱਚ ਲੈ ਕੇ ਆਏਗਾ। ਲੱਭ ਦੀ ਭਾਲ ਦੀ ਜਦੋਂ ਪਹੁੰਚ ਗਈ ਨਾ, ਇੱਥੇ ਦੀਦਾਰ ਕਰਕੇ, ਸਤਿਗੁਰਾਂ ਦਾ ਦਰਸ਼ਨ ਕਰਕੇ, ਸਤਿਗੁਰਾਂ ਦਾ ਦੀਦਾਰ ਕਰਕੇ ਮਨ ਧਨ ਹੋ ਗਿਆ, ਐਸਾ ਧਨ ਹੋ ਗਿਆ। ਨਾਲੇ ਤਾਂ ਸਤਿਗੁਰਾਂ ਨੂੰ ਦੇਖ ਰਹੀ, ਦੀਦਾਰ ਕਰ ਰਹੀ, ਨਾਲੇ ਕਹੀ ਜਾਂਦੀ ਹੈ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਆਪਣੇ ਗੁਰਾਂ ਤੋਂ ਜਾਵਾਂ ਬਲਿਹਾਰ ਜੀ ਮੈਂ ਆਪਣੇ। ਆਪਣੇ ਗੁਰਾਂ ਤੋਂ ਆਪਣੇ, ਉਹ ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ, ਆਪਣੇ ਗੁਰਾਂ ਤੋਂ ਆਪਣੇ ਗੁਰਾਂ, ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ ਆਪਣੇ। ਆਪਣੇ ਗੁਰਾਂ ਤੋਂ ਆਪਣੇ ਗੁਰਾਂ, ਆਪਣੇ ਗੁਰਾਂ ਤੋਂ ਆਪਣੇ, ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ, ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ, ਆਪਣੇ ਗੁਰਾਂ ਤੋਂ ਆਪਣੇ ਗੁਰਾਂ ਤੋਂ, ਆਪਣੇ ਗੁਰਾਂ ਤੋਂ ਆਪਣੇ
ਆਪਣੇ ਗੁਰਾਂ ਤੋਂ, ਆਪਣੇ ਗੁਰਾਂ ਤੋਂ, ਆਪਣੇ ਗੁਰਾਂ ਤੋਂ, ਆਪਣੇ ਜਾਮਾ ਬਲਿਹਾਰ ਮੈਂ ਤਾਂ ਆਪਣੇ, ਜਾਮਾ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਵਾਹਿਗੁਰੂ ਜਾਮਾ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਬਲਿਹਾਰੀ ਗੁਰ ਆਪਣਾ ਜੁਗਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਜਿਨ ਮਾਨਸ ਤੇ ਦੇਵਤੇ ਹਾਂਜੀ ਕਰਤ ਨ ਲਾਗੀ ਬਾਰੋ, ਜੇ ਸੋ ਚੰਦਾ ਉਗਵੈ, ਜੇ ਸੋ ਚੰਦਾ ਉਗਵੈ, ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ, ਇਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ, ਬਲਿਹਾਰੀ ਗੁਰ ਆਪਣੇ। ਇਸ ਤਰ੍ਹਾਂ ਗੁਰਾਂ ਦਾ ਦੀਦਾਰ ਕਰਕੇ ਧੰਨ ਹੋ ਗਈ। ਦੋਨੋਂ ਹੱਥ ਜੋੜੇ ਕਹਿੰਦੀ ਚਰਣਾ ਅੰਮ੍ਰਿਤ ਦੇ ਦਿਓ ਮੈਨੂੰ, ਆਪਣੀ ਦਾਸੀ ਬਣਾ ਲਓ। ਸਾਧ ਸੰਗਤ ਜੀ ਉਹਦੇ ਬੁੱਕ ਦੇ ਵਿੱਚ ਉੱਥੋਂ ਹੀ ਚਮੜੇ ਵਾਲੀ ਬਠਲੀ ਦੇ ਵਿੱਚੋਂ ਭਰ ਕੇ ਚੂੜਾ ਸਤਿਗੁਰਾਂ ਨੇ ਛਕਾਤਾ। ਚੂੜਾ ਛਕ ਕੇ ਸੋਹੰ ਸੋਹੰ ਦਾ ਜਾਪ ਕਰਦੀ ਆਪ ਦੇ ਰਾਜ ਭਾਗ ਵਿੱਚ ਪਹੁੰਚ ਗਈ। ਆਗਿਆ ਲੈ ਕੇ ਗਈ ਸੀ ਕਿ ਮੈਂ ਜਾ ਕੇ ਬ੍ਰਹਮ ਭੋਜ ਕਰਾਂਗੀ। ਮੈਨੂੰ ਪੂਰੇ ਗੁਰੂ ਦਾ ਜੋ ਮਿਲਾਪ ਹੋ ਗਿਆ, ਮੇਰਾ ਜੀਵਨ ਸਫਲਾ ਹੋ ਗਿਆ। ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਹੁਣ ਮੇਰੀ ਤੇ ਕਿਰਪਾ ਹੋ ਗਈ, ਮੈਨੂੰ ਪੂਰੇ ਗੁਰੂ ਦਾ ਮਿਲਾਪ ਹੋ ਗਿਆ। ਇਹ ਸੰਕਲਪ ਲੈ ਕੇ ਜਾ ਕੇ ਬ੍ਰਹਮ ਭੋਜ ਦਾ ਸੱਦਾ ਦੂਰ ਦੂਰ ਤੱਕ ਸਾਧੂਆਂ ਨੂੰ ਦੇਤਾ। ਮੁਲਤਾਨ ਦੇ ਵਿੱਚ ਸਾਰੇ ਸਾਧੂ ਆ ਗਏ। ਗੋਰਖਨਾਥ ਨੂੰ ਸੱਦਾ ਦੇਣਾ ਭੁੱਲ ਗਏ। ਗੋਰਖਨਾਥ ਨੂੰ ਬੜਾ ਗੁੱਸਾ ਆਇਆ। ਸਾਧ ਸੰਗਤ, ਐਡਾ ਵੱਡਾ ਮੈਂ ਇਸ ਇਲਾਕੇ ਦਾ ਸਾਧੂ ਹੋਵਾਂ, ਯੋਗੀਨਾਥ ਹੋਵਾਂ, ਯੋਗੀਆਂ ਦਾ ਸ਼੍ਰੋਮਣੀ ਹੋਵਾਂ, ਆ ਨਿੱਕੇ ਮੋਟੇ ਸਾਰੇ ਬੁਲਾ ਲਏ, ਮੈਨੂੰ ਯਾਦ ਹੀ ਨਹੀਂ ਕੀਤਾ। ਹੰਕਾਰ ਬੜੀ ਭਿਆਨਕ ਚੀਜ਼ ਹੈ ਸਾਧ ਸੰਗਤ। ਕਿਤੇ ਰਿਸ਼ਤੇਦਾਰੀ 'ਚ ਜਾਈਏ, ਸਾਨੂੰ ਕੋਈ ਚਾਹ ਨਾ ਪੁੱਛੇ, ਅਸੀਂ ਉੱਥੇ 3 ਵਾਰ ਕੰਨ ਖਿੱਚ ਕੇ ਮੁੜ ਆਉਂਦੇ ਹਾਂ ਕਿ ਮੁੜ ਕੇ ਇਹਨਾਂ ਦੇ ਆਉਣਾ ਨਹੀਂ। ਕਿਤੇ ਫੰਕਸ਼ਨ 'ਤੇ ਗਏ ਹੋਈਏ, ਪਰਿਵਾਰ ਵਾਲੇ ਸਾਨੂੰ ਨਾ ਮਿਲਣ, ਉਨੀ ਦੇਰ ਤੱਕ ਸਾਨੂੰ ਚਾਹ ਕੌੜੀ ਲੱਗਦੀ ਹੈ ਕਿ ਮੈਂ ਆ ਗਿਆ, ਘਰ ਦਾ ਕੰਮ ਛੱਡ ਕੇ ਮੈਨੂੰ ਬੁਲਾਇਆ ਤੱਕ ਨਹੀਂ ਹੈ।
ਅਸੀਂ ਜਦੋਂ ਆਉਂਦੇ ਹਾਂ ਤਾਂ ਸਤਿਕਾਰ ਚਾਹੁੰਦੇ ਹਾਂ। ਅਸੀਂ ਫੰਕਸ਼ਨ ਦੇ ਵਿੱਚ ਮੋਢੇ ਨਾਲ ਮੋਢਾ ਲਾਉਣ ਵਾਸਤੇ ਨਹੀਂ ਆਉਂਦੇ। ਉਵੇਂ ਕਿਵੇਂ ਗੋਰਖਨਾਥ ਨੇ ਕੀਤਾ। ਉਹ ਸੀ ਸਿੱਧੀਆਂ ਦਾ ਬਾਦਸ਼ਾਹ, ਰਿੱਧੀਆਂ ਸਿੱਧੀਆਂ ਉਹਦੇ ਖੱਬੇ ਹੱਥ ਦੀ ਖੇਡ ਸੀ। ਜਦੋਂ ਸਤਿਗੁਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਮਿਲਿਆ ਸੀ, ਐਂ ਆਕਾਸ਼ ਦੇ ਵਿੱਚ ਉੱਡ ਗਏ ਸੀ ਸਾਰੇ ਜੋਗੀ। ਕਹਿੰਦੇ ਲੱਭ ਸਾਨੂੰ ਛੂਹ। ਸਤਿਗੁਰਾਂ ਨੇ ਖੜਾਮ ਉਤਾਰ ਕੇ ਛੱਡ ਦਿੱਤੀ। ਕਹਿੰਦੇ ਸਿਰ 'ਚ ਵੱਜ, ਕੱਲੇ ਕੱਲੇ ਨੂੰ ਕੁੱਟ-ਕੁੱਟ ਕੇ ਸਾਡੇ ਚਰਨਾਂ 'ਚ ਸਿੱਟ ਲਿਆ ਕੇ। ਸਾਧ ਸੰਗਤ ਫਿਰ ਡੱਡੂ ਬਣ ਗਏ ਸੀ, ਪੀਲੇ ਰੰਗ ਦੇ ਡੱਡੂ ਬਣ ਕੇ ਪਾਣੀ ਦੇ ਵਿੱਚ ਲੁਕ ਗਏ। ਕਹਿੰਦੇ ਲੱਭ ਸਾਨੂੰ ਨਾਨਕ। ਸਤਿਗੁਰੂ ਕਹਿੰਦੇ 2 ਮਹੀਨੇ ਤੁਸੀਂ ਪੀਲੇ ਰੰਗ ਦੇ ਡੱਡੂ ਬਣ ਕੇ ਰਿਹਾ ਕਰੋਗੇ ਸੰਸਾਰ ਤੇ। ਫਿਰ ਸਾਧ ਸੰਗਤ ਧਰਤੀ ਦੇ ਵਿੱਚ ਇੱਕ ਬੱਚਾ ਦੱਬ ਦਿੱਤਾ ਸੀ ਵੀ ਜਦੋਂ ਅਸੀਂ ਬਾਹਰੋਂ ਆਵਾਜ਼ ਦਈਏ ਕਿ ਧਰਤੀ ਹੈ ਕਿਹਦੀਆਂ, ਤਾਂ ਤੂੰ ਅੰਦਰੋਂ ਬੋਲ ਕੇ ਕਹਦੀ ਇਹ ਧਰਤੀ ਗੋਰਖਨਾਥ ਦੀ ਹੈ। ਸਾਧ ਸੰਗਤ ਤੋਂ ਬੱਚਾ ਹੋ ਗਿਆ ਸੀ ਗੂੰਗਾ। ਧਰਤੀ ਬੋਲ ਕੇ ਕਹਿਣ ਲੱਗੀ ਨਾਨਕ ਮਤਾ, ਨਾਨਕ ਮਤਾ, ਨਾਨਕ ਮਤਾ। ਇਹ ਧਰਤੀ ਨਾਨਕ ਦੀ ਹੈ। ਵੈਸੇ ਵੀ ਤਾਂ ਗੁਰਬਾਣੀ 'ਚ ਆਪਾਂ ਪੜ੍ਹਦੇ ਹਾਂ, ਸਗਲੀ ਧਰਤੀ ਸਾਧ ਕੀ, ਤਸਕਰ ਵੈਸਾ ਹੈ ਗਾਹੇ, ਧਰਤੀ ਭਾਰ ਨਾ ਵਿਆਪੀ ਉਨਕੋ ਲਾਹੂ ਲਾਹੇ। ਵੈਸੇ ਵੀ ਤਾਂ ਇਹ ਸਾਰੀ ਧਰਤੀ ਨਾਮ ਜਪਣ ਵਾਲਿਆਂ ਵਾਸਤੇ ਬਣੀ ਸੀ, ਬੰਦਗੀ ਕਰਨ ਵਾਲਿਆਂ ਵਾਸਤੇ ਬਣੀ ਸੀ। ਪਾਪੀਆਂ ਨੇ ਪਾਪ ਕਰਕੇ ਭ੍ਰਿਸ਼ਟ ਕਰ ਦਿੱਤੀ, ਇਹ ਗੰਦੀ ਕਰ ਦਿੱਤੀ। ਤਾਂ ਹੀ ਤਾਂ ਧਰਤੀ ਨੇ ਪੁਕਾਰ ਕੀਤੀ ਸੀ, ਧਰਤੀ ਨੇ ਮੰਗ ਕੀਤੀ ਸੀ ਕਿ ਇੱਥੇ ਕੋਈ ਬੰਦਗੀ ਵਾਲਾ ਆਏ, ਆ ਕੇ ਮੇਰੇ ਪਾਪ ਕਰਮ ਖਤਮ ਕਰਕੇ ਜਾਏ। ਤੀਰਥ ਨਹੀਂ ਹਾਕਾ ਮਾਰਦੇ ਸਾਧ ਸੰਗਤ, ਆਵਾਜ਼ਾਂ ਦੇ ਦੇ ਕੇ ਕਹਿੰਦੇ ਨੇ ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਉਦਮ ਕਰੇ ਧੂਰ ਸਾਧੂ ਕੀ ਤਾਈ। ਕਿਤਨੇ ਸਾਰੇ ਪਾਪ ਉਹਨਾਂ ਦੇ ਵਿੱਚ ਭਰੇ ਪਏ ਨੇ। ਸਾਧ ਸੰਗਤ ਸਾਧੂਆਂ ਨੂੰ ਤਾਂ ਤੀਰਥ ਆਵਾਜ਼ਾਂ ਦੇ ਕੇ ਬੁਲਾਉਂਦੇ ਐ, ਆਵਾਜ਼ਾਂ ਦੇ ਦੇ ਕੇ ਬੁਲਾਉਂਦੇ ਐ ਔਰ ਕਹਿੰਦੇ ਹਨ ਕਿਰਪਾ ਕਰਕੇ ਸਾਡੇ ਵਿੱਚ ਚਰਨ ਪਾ ਜਾਓ, ਸਾਡੇ ਪਾਪ ਕਰਮ ਧੋ ਜਾਓ। ਸਾਧ ਸੰਗਤ ਹੰਕਾਰੀ ਜਾ ਕੇ ਕਹਿੰਦਾ ਮੈਨੂੰ ਸੱਦਾ ਨਹੀਂ ਭੇਜਿਆ, ਸਾਰੇ ਬੁਲਾ ਲੇ। ਤੀਰਥ ਕਹਿੰਦੇ ਨੇ ਕਿ ਸੰਤੋ ਆਓ, ਸੰਤਾਂ ਨੂੰ, ਸਾਧੂਆਂ ਨੂੰ, ਬੰਦਗੀ ਵਾਲਿਆਂ ਨੂੰ ਤੀਰਥ ਆਵਾਜ਼ਾਂ ਦੇ ਕੇ ਕਹਿੰਦੇ ਨੇ ਤੀਰਥ ਵੀ ਲੋਚਦੇ ਸੰਤਾਂ ਦੀ ਤੋਰੀ ਤਾਈ। ਤੀਰਥ ਵੀ ਲੋਚਦੇ ਸੰਤਾਂ ਦੀ ਤੋਰੀ ਤਾਈ। ਤੀਰਥ ਵੀ ਲੋਚਦੇ ਸੰਤਾਂ ਦੀ ਤੋਰੀ ਤਾਈ। ਤੀਰਥ ਵੀ ਲੋਚਦੇ, ਤੀਰਥ ਵੀ ਲੋਚਦੇ ਸੰਤਾਂ ਦੀ ਤੋਰੀ ਤਾਈ। ਗੱਜ ਕੇ ਭਾਈ। ਤੀਰਥ ਵੀ ਲੋਚਦੇ ਸੰਤਾਂ ਦੀ ਧੂਰੀ, ਸੰਤਾਂ ਦੀ ਧੂਰੀ ਤਾਈ। ਸੰਤਾਂ ਦੀ ਧੂਰੀ ਤਾਈ, ਸੰਤਾਂ ਦੀ ਧੂਰੀ ਤਾਈ। ਤੀਰਥ ਵੀ ਲੋਚਦੇ 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 ਸੰਤਾਂ ਦੀ ਧੂਰੀ ਤਾਈ। ਆਵਾਜ਼ਾਂ ਦੇ ਕੇ ਬੁਲਾਉਂਦੇ ਨੇ ਕਿ ਆ ਜਾਓ। ਇਹ ਕਹਿੰਦਾ ਮੈਨੂੰ ਬੁਲਾਇਆ ਕਿਉਂ ਨਹੀਂ। ਇਹਦੇ ਕੋਲ ਇੱਕ ਛਿੱਪੀ ਸੀ ਸਾਧ ਸੰਗਤ ਜੀ, ਬੜੀ ਜ਼ਬਰਦਸਤ, ਜਿਹੜੀ ਜੋਗੀਆਂ ਦੇ ਹੱਥ ਵਿੱਚ ਪਕੜੀ ਹੁੰਦੀ ਹੈ ਚਿੱਪੀ। ਇਹ ਲਿਜਾ ਕੇ ਉੱਥੇ ਕਹਿੰਦਾ ਗੱਲ ਸੁਣ ਰਾਜਨਾ, ਸਾਰੀ ਦੁਨੀਆ ਬੁਲਾ ਲਈ ਬ੍ਰਹਮ ਭੋਜ ਦੇ ਵਿੱਚ, ਮੈਨੂੰ ਬੁਲਾਇਆ ਹੀ ਨਹੀਂ। ਤੂੰ ਮੈਨੂੰ ਜਾਣਦਾ ਨਹੀਂ। ਹੱਥ ਜੋੜਦਾ ਰਾਜਾ
ਮਿੰਨਤਾਂ ਕਰਦਾ, ਕਿਰਪਾ ਕਰਕੇ ਜੋਗੀ ਜੀ ਮਾਫ ਕਰ ਦਿਓ, ਬੈਠੋ ਇੱਥੇ ਪੰਗਤ ਵਿੱਚ, ਛਕੋ ਭੋਜਨ। ਕਹਿੰਦਾ ਮੈਂ ਛਕਣਾ ਨਹੀਂ, ਮੈਂ ਲੈ ਕੇ ਜਾਵਾਂਗਾ। ਆ ਚਿੱਪੀ ਮੇਰੀ ਭਰ ਦਿਓ, ਮੈਂ ਇਹ ਭਰ ਕੇ ਲੈ ਕੇ ਜਾਵਾਂਗਾ। ਸਾਧ ਸੰਗਤ, ਰਿੱਧੀਆਂ ਸਿੱਧੀਆਂ ਦੀ ਐਸੀ ਕਰਾਮਾਤ ਸੀ, ਉਹ ਚਿੱਪੀ ਕਦੇ ਭਰਦਿਓ ਨਹੀਂ ਸੀ ਹੁੰਦੀ। ਉਹਦੇ ਵਿੱਚ ਜਦੋਂ ਕੁਝ ਪਾਇਆ ਜਾਂਦਾ ਉਹ ਭਸਮ ਹੋ ਜਾਂਦਾ, ਵਿੱਚ ਪਿਆ ਹੋਇਆ, ਜੋ ਮਰਜ਼ੀ ਪਾਈ ਜਾਓ। ਜੋਗੀ ਖੜਾ ਮੰਤਰਾਂ ਦਾ ਜਾਪ ਕਰਦਾ ਰਿਹਾ। ਰਾਜੇ ਦੇ ਸੇਵਾਦਾਰ ਲਾਂਗਰੀ ਲਿਆ ਕੇ ਪਦਾਰਥ ਉਹਦੇ ਵਿੱਚ ਪਾਈ ਗਏ, ਉਹ ਭਰੀ ਹੋਈ ਨਾ। ਕਿਸੇ ਨੇ ਜਾ ਕੇ ਚੰਦਰ ਪ੍ਰਭਾ ਨੂੰ ਬੇਨਤੀ ਕਰ ਦਿੱਤੀ, ਐ ਮਹਾਰਾਣੀ ਸਾਹਿਬਾਂ, ਜੋਗੀ ਗੋਰਖਨਾਥ ਆ ਗਿਆ ਇੱਥੇ। ਜੋਗੀ ਗੋਰਖਨਾਥ ਆ ਕੇ ਇਹ ਮਿੰਨਤਾਂ ਕਰਦਾ ਹੈ ਕਿ ਮੈਨੂੰ ਸੁਨੇਹਾ ਕਿਉਂ ਨਹੀਂ ਦਿੱਤਾ, ਔਰ ਮੈਂ ਹੁਣ ਪਦਾਰਥ ਲੈ ਕੇ ਜਾਵਾਂਗਾ। ਕਹਿੰਦੀ ਫਿਰ ਤੁਸੀਂ ਕੀ ਕੀਤਾ? ਸੇਵਾਦਾਰ ਕਹਿੰਦੇ ਮਹਾਰਾਣੀ ਸਾਹਿਬਾਂ, ਅਸੀਂ ਬਹੁਤ ਸਾਰੇ ਪਦਾਰਥ ਉਹਦੀ ਚਿੱਪੀ ਦੇ ਵਿੱਚ ਪਾਤੇ। ਦੇਖਣ ਨੂੰ ਤਾਂ ਚਿੱਪੀ ਇੱਕ ਮੁੱਠੀ ਵਸਤੂ ਉਹਦੇ ਵਿੱਚ ਪਾਈ ਜਾਏ ਭਰ ਜਾਣੀ ਚਾਹੀਦੀ ਹੈ, ਉਹਦੇ ਵਿੱਚ ਤਾਂ ਟੋਕਰਿਆਂ ਦੇ ਟੋਕਰੇ ਪ੍ਰਸ਼ਾਦਿਆਂ ਦੇ ਪੈ ਗਏ। ਉਹਦੇ 'ਚ ਤਾਂ ਬਾਲਟੀਆਂ ਦੀਆਂ ਬਾਲਟੀਆਂ ਦਾਲਾਂ ਸਬਜ਼ੀਆਂ ਦੀਆਂ ਪੈ ਗਈਆਂ। ਖੀਰ ਪਾਤੀ, ਪੂੜੇ ਪਾਤੇ, ਉਹ ਤਾਂ ਭਰਦੀ ਓ ਨਹੀਂ ਹੈ। ਓਹੋ ਸਾਧ ਸੰਗਤ, ਔਰ ਤੁਰੀ ਆਉਂਦੀ ਹੈ ਚੰਦਰ ਪ੍ਰਭਾ, ਪ੍ਰੇਮ ਦੇ ਵਿੱਚ ਮਸਤਕ ਹੈ। ਆਪ ਦੇ ਗੁਰਾਂ ਦਾ ਦਿੱਤਾ ਹੋਇਆ ਨਾਮ ਸੋਹੰ ਸੋਹੰ ਦਾ ਜਾਪ ਕਰਦੀ, ਆਪ ਦੇ ਗੁਰਾਂ ਦਾ ਨਾਮ ਜਪਦੀ, ਗੁਰਾਂ ਦਾ ਜਾਪ ਕਰਦੀ। ਓਹੋ ਕੀ ਕਹਿੰਦੀ? ਅੱਜ ਕਰ ਦਿਓ ਸੱਚ ਦਾ ਨਵੇੜਾ, ਧੰਨ ਗੁਰੂ ਰਵੀਦਾਸ ਜੀ। ਅੱਜ ਕਰ ਦਿਓ ਸੱਚ ਦਾ ਨਵੇੜਾ, ਧੰਨ ਗੁਰੂ ਰਵੀਦਾਸ ਜੀ। ਕਰ ਦਿਓ ਸੱਚ ਦਾ ਨਵੇੜਾ, ਧੰਨ ਗੁਰੂ ਰਵੀਦਾਸ ਜੀ। ਅੱਜ ਕਰ ਦਿਓ ਸੱਚ ਦਾ ਨਵੇੜਾ, ਧੰਨ ਗੁਰੂ ਰਵੀਦਾਸ ਜੀ। ਧੰਨ ਗੁਰੂ ਰਵੀਦਾਸ ਦਾ ਨਵੇੜਾ, ਧੰਨ ਗੁਰੂ ਰਵੀਦਾਸ ਜੀ। ਧੰਨ ਗੁਰੂ ਜੀ ਰਵਿਦਾਸ ਜੀ, ਧੰਨ ਗੁਰੂ ਜੀ ਰਵਿਦਾਸ ਜੀ। ਓ ਧੰਨ ਗੁਰੂ ਜੀ ਰਵਿਦਾਸ ਜੀ, ਧੰਨ ਗੁਰੂ ਜੀ ਰਵਿਦਾਸ ਜੀ। ਕਰ ਦਿਓ ਸੱਚ ਦਾ ਨਵੇੜਾ, ਸੱਚ ਦਾ ਨਵੇੜਾ, ਧੰਨ ਗੁਰੂ ਰਵਿਦਾਸ ਜੀ। ਅੱਜ ਕਰ ਦਿਓ ਸੱਚ ਦਾ ਨਵੇੜਾ, ਧੰਨ ਗੁਰੂ ਰਵਿਦਾਸ ਜੀ। ਅੱਜ ਕਰ ਦਿਓ ਸੱਚ ਦਾ ਨਵੇੜਾ, ਧੰਨ ਗੁਰੂ ਰਵਿਦਾਸ ਜੀ। ਸੱਚ ਦਾ ਨਵੇੜਾ, ਧੰਨ ਗੁਰੂ ਰਵਿਦਾਸ ਜੀ। ਜਦੋਂ ਇਸ ਤਰ੍ਹਾਂ ਦੇ ਨਾਲ ਬੇਨਤੀਆਂ ਕਰਦੀ ਆਉਂਦੀ ਹੈ ਸਾਧ ਸੰਗਤ ਜੀ, ਉਸ ਵੇਲੇ ਇੱਕ ਮੁੱਠੀ ਦੇ ਵਿੱਚ ਚਣੇ ਪਕੜ ਲਏ, ਛੋਲੇ ਕਹਿ ਲੋ, ਸਬਜ਼ੀ ਦਾਲ ਸਬਜ਼ੀ ਐ ਮੁੱਠੀ ਦੇ ਵਿੱਚ ਹੀ ਪਕੜੇ ਐ। ਆ ਕੇ ਕਹਿੰਦੀ ਗੋਰਖਨਾਥ
ਕਿੱਥੇ ਹੈ ਤੇਰੀ ਚਿੱਪੀ, ਲਿਆ ਕਰ ਮੇਰੇ ਅੱਗੇ। ਗੋਰਖਨਾਥ ਹੰਕਾਰਿਆ ਹੋਇਆ ਸਾਧ ਸੰਗਤ ਇਸ਼ਾਰਾ ਕਰਦਾ, ਮੰਤਰਾਂ ਦਾ ਜਾਪ ਕਰਦਾ, ਆ ਪਈ ਹੈ ਮੇਰੀ ਚਿੱਪੀ। ਸਾਧ ਸੰਗਤ ਇਉਂ ਕਹਿ ਕੇ ਜਦੋਂ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਬਚਨ ਹੋ ਗਿਆ, ਐ ਚਿੱਪੀ ਉਹਦੇ ਵਿੱਚ ਇੱਕ ਮੁੱਠੀ ਛੋਲਿਆਂ ਦੀ ਪਾਤੀ। ਉਸੇ ਵੇਲੇ ਸਾਧ ਸੰਗਤ ਜੀ ਚਿੱਪੀ ਭਰ ਗਈ। ਆਖੋ ਸਤਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ। ਇੱਕਦਮ ਚਿੱਪੀ ਭਰ ਗਈ। ਗੋਰਖਨਾਥ ਦੇ ਹੰਕਾਰ ਨੂੰ ਚੋਟ ਵੱਜੀ। ਸਾਧ ਸੰਗਤ ਐਸੀ ਚੋਟ, ਉਹਦੇ ਤੋਂ ਆਪਣਾ ਹੰਕਾਰ ਕਾਬੂ ਵਿੱਚ ਨਾ ਰਹੇਗਾ। ਪੁੱਛਦਾ ਚੰਦਰ ਪ੍ਰਭਾ ਤੈਨੂੰ ਕਿੱਥੋਂ ਸ਼ਕਤੀਆਂ ਮਿਲ ਗਈਆਂ, ਇੰਨੀ ਪਾਵਰ ਇੰਨੀ ਸ਼ਕਤੀ ਤੇਰੇ ਕੋਲ ਕਿੱਥੋਂ ਆ ਗਈ। ਓਹੋ ਕੀ ਕਹਿੰਦੀ ਗੈ, ਧੰਨ ਗੈ ਧੰਨ ਗੈ ਧੰਨ ਗੈ ਮੇਰੇ ਗੁਰੂ ਰਵਿਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਮੇਰੇ ਗੁਰੂ ਰਵਿਦਾਸ ਜੀ, ਧੰਨ ਹੈ ਧੰਨ ਹੈ ਰਵਿਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਰਵਿਦਾਸ ਜੀ। ਰਵਿਦਾਸ ਜੀ ਧੰਨ ਹੈ ਮੇਰੇ ਗੁਰੂ ਰਵਿਦਾਸ ਜੀ, ਧੰਨ ਹੈ ਰਵਿਦਾਸ ਜੀ, ਧੰਨ ਹੈ ਮੇਰੇ ਗੁਰੂ ਰਵਿਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਵਿਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਵਿਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਰਵਿਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਰਵਿਦਾਸ ਸਾਹਿਬ, ਧੰਨ ਹੈ। ਕਿੱਥੋਂ ਮਿਲੀਆਂ ਸ਼ਕਤੀਆਂ? ਮੈਨੂੰ ਮਿਲੀਆਂ ਨੇ ਸੀਰ ਗੋਵਰਧਨ ਕਾਸ਼ੀ ਬਨਾਰਸ ਤੋਂ। ਔਰ ਮੇਰੇ ਗੁਰੂਦੇਵ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਮੈਨੂੰ ਆਪਣੀ ਸਾਧ ਸੰਗਤ ਜੀ ਚਮੜਾ ਜੀ ਦੇ ਵਿੱਚ ਡਬੋਇਆ ਹੋਵੇ। ਜਿਹੜਾ ਜਲ ਸਤਿਗੁਰਾਂ ਦੇ ਹੱਥ ਤੋਂ ਮੈਨੂੰ ਪ੍ਰਾਪਤ ਹੋ ਗਿਆ ਹੋਵੇ, ਉਸ ਜਲ ਨੇ ਮੇਰੀ ਤ੍ਰਿਕੁਟੀ ਖੋਲ ਦਿੱਤੀ। ਉਹਨੇ ਦਸਮ ਦੁਆਰਾ ਖੋਲ ਦਿੱਤਾ। ਐਸੀ ਕਿਰਪਾ ਕਰ ਦਿੱਤੀ, ਹੁਣ ਮੈਨੂੰ ਇਸ ਸੰਸਾਰ ਦੇ ਨਾਲ ਅਟੈਚਮੈਂਟ ਨਹੀਂ, ਹੁਣ ਮੈਨੂੰ ਪਰਮੇਸ਼ਰ ਦੇ ਨਾਲ ਹੀ ਅਟੈਚਮੈਂਟ ਹੈ। ਫਿਰ ਗੋਰਖਨਾਥ ਗਿਆ। ਸਾਧ ਸੰਗਤ ਜੀ ਸਮਾਂ ਸਮਾਪਤ ਹੈ, ਜੋ ਕਿ ਆਪਣੇ ਅਤੀ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਜਗਜੀਤ ਸਿੰਘ ਜੀ, ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ, ਸੁੰਦਰ ਨਗਰ ਮਹੱਲਾ ਦਰਾਗੇ ਵਾਲੇ, ਆਪਣੀ ਬੇਨਤੀ ਕਰਨ ਤੇ ਇੱਥੇ ਪਹੁੰਚੇ ਹਨ। ਸਾਧ ਸੰਗਤ ਜਿਨ੍ਹਾਂ ਦਾ ਇਸ ਪ੍ਰਬੰਧਕ ਕਮੇਟੀ ਨੂੰ, ਆਪਣੀ ਗੁੜਥਲੀ ਨਗਰ ਦੀ ਪ੍ਰਬੰਧਕ ਕਮੇਟੀ ਨੂੰ ਬਹੁਤ ਹੀ ਜ਼ਿਆਦਾ ਸਹਿਯੋਗ ਹੈ, ਸੋ ਉਹਨਾਂ ਨੂੰ ਜਿਉ ਆਇਆ ਕਹਿੰਦੇ ਹਾਂ। ਅਸੀਂ ਇੱਕ ਸ਼ਬਦ ਇੱਕ ਧਾਰਨਾ ਪੜ੍ਹ ਕੇ ਸਮਾਪਤੀ ਕਰਦੇ ਹਾਂ, ਫਿਰ ਉਹਨਾਂ ਦਾ ਸਮਾਂ ਹੈ, ਉਹ ਪ੍ਰਵਚਨ ਦੇ ਕਰਕੇ ਉਪਰੰਤ ਬਾਅਦ ਵਿੱਚ ਹੀ ਅਰਦਾਸ ਬੇਨਤੀ ਕਰਾਂਗੇ ਆਪਾਂ। ਸਾਧ ਸੰਗਤ ਇੱਕ ਧਾਰਨਾ, ਜੋ ਧਾਰਨਾ ਸ਼ਬਦ ਪੜ੍ਹ ਕੇ ਅੱਜ ਦਾ ਦੀਵਾਨ ਸ਼ੁਰੂ ਕੀਤਾ, ਉਹੀ ਸ਼ਬਦ ਉਹੀ ਧਾਰਨਾ ਪੜ੍ਹ ਕੇ ਸਮਾਪਤੀ ਕਰ ਰਹੇ ਹਾਂ, ਜੋ ਕਿ ਸਾਡੇ ਉਸਤਾਦ ਜੀ ਸਰਦਾਰ ਸੁਖਦੇਵ ਸਿੰਘ ਜੀ ਘਲੋਟੀ ਵਾਲਿਆਂ ਨੇ ਹੁਕਮ ਕੀਤਾ ਕਿ ਗੰਗਾ ਵਾਲੀ ਧਾਰਨਾ, ਗੰਗਾ ਵਾਲਾ ਪ੍ਰਸੰਗ 35 ਮਿੰਟਾਂ ਵਿੱਚ ਤਾਂ ਹੁਣ ਨਹੀਂ ਸੀ ਹੋ ਸਕਦਾ। ਕੱਲ੍ਹ ਨੂੰ ਸਾਰਾ ਹੀ ਦਿਨ ਆਪਣੇ ਕੋਲ ਹੈ, ਸਾਰਾ ਦਿਨ ਆਪਾਂ ਸਤਿਗੁਰਾਂ ਦੀ ਮਹਿਮਾ ਹੀ ਕਰਨੀ ਹੈ। ਇੱਥੇ ਹੁਣ ਸਮਾਪਤੀ ਹੈ ਭਾਈ। ਪੈਜ ਭਗਤਾਂ ਦੀ ਰੱਖਦਾ ਆਇਆ, ਜੁਗੋ ਜੁਗ ਮੇਰਾ ਵਾਹਿਗੁਰੂ,
ਭਗਤਾਂ ਦੀ ਰੱਖਦਾ ਆਇਆ, ਜੁਗੋ ਜੁਗ ਮੇਰਾ ਵਾਹਿਗੁਰੂ। ਭਗਤਾਂ ਦੀ ਰੱਖਦਾ ਜੁਗੋ ਜੁਗ ਮੇਰਾ ਵਾਹਿਗੁਰੂ। ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ। ਹਰ ਨਾਸ ਚ ਦੁਸ਼ਟ ਘਰ ਮਾਰਿਆ, ਹਰ ਨਾਸ ਚ ਦੁਸ਼ਟ ਘਰ ਮਾਰਿਆ। ਪ੍ਰਹਿਲਾਦ ਤਰਾਇਆ ਰਾਮ, ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਅਹੰਕਾਰੀਆਂ ਨਿੰਦਕਾਂ ਪਿੱਠ ਦੇਈਓ, ਸਾਰੀਆਂ ਨਿੰਦਕਾਂ ਪਿੱਠ ਦੇ। ਨਾਮ ਦੇ ਮੁਖ ਲਾਇਆ, ਧਨ ਨਾਨਕ ਐਸਾ ਹਰ ਸੇਵਿਆ। ਨਾਨਕ ਐਸਾ ਹਰ ਸੇਵਿਆ, ਅੰਤ ਲੈ ਛੁਡਾਇਆ ਰਾਮ। ਹਰ ਜੁਗ ਪੰਥ ਉਪਾਇਆ, ਇੱਥੇ ਦਾਸ ਵੱਲੋਂ ਸਮਾਪਤੀ ਹੈ। ਸੋ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ, ਆਪ ਜੀ ਵੀ ਆਪਣਾ ਕੀਮਤੀ ਸਮਾਂ ਛੱਡ ਕੇ ਸੰਗਤਾਂ ਦੀ ਬੇਨਤੀ ਕਰਨ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਹੋ। ਸਾਰੀ ਸੰਗਤ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਜਿਉਂ ਆਇਆ। ਆਪ ਜੀ ਕੁਝ ਵਚਨਾਂ ਦੇ ਨਾਲ ਗੁਰੂ ਸਾਹਿਬ ਦੇ ਜੀਵਨ ਵੱਲ ਝਾਤ ਮਾਰੋ ਔਰ ਸੰਗਤਾਂ ਨੂੰ ਵੀ ਆਪ ਜੀ ਕੋਈ ਨਾ ਕੋਈ ਗਿਆਨ ਦਾ ਪ੍ਰਵਚਨ ਸੁਣਾ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਗਵਾਉਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਆਹੀ ਲਾ ਤੂੰ। गुरु प्यारी, गुरु की साजी नवाजी साध संगत जी, गज वज के आखना जी वाहिगुरु जी का खालसा। गुरु ने किरपा कीती, रहमत कीती। ये जिहड़ा दिन है बड़ा खुशियां वाला दिन चलते ने ये, क्योंकि आ दिनां दे विच इस संसार दे रहबर, संसार दे महान क्रांतिकार श्रोमणी भगत भगत रविदास जी का प्रकाश दिहाड़ा नानक नाम लेवा सिख जगत बड़ी धूम धाम दे नाल मनाउंदा है।
ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਵੱਲੋਂ ਬੜਾ ਮਨੋਹਰ ਕੀਰਤਨ ਕੀਤਾ ਗਿਆ। ਗੁਰਮਤਿ ਵਿਚਾਰਾਂ ਨਾਲ ਪ੍ਰਸੰਗ ਸੁਣਾ ਕੇ, ਕਿਉਂਕਿ ਜਦੋਂ ਗੱਲ ਨੂੰ ਅਸੀਂ ਸਪਸ਼ਟ ਰੂਪ ਦੇ ਵਿੱਚ ਸੰਗਤ ਦੇ ਵਿੱਚ ਦੱਸਦੇ ਹਾਂ ਤਾਂ ਸਾਨੂੰ ਉਹਦੇ ਨਾਲ ਸੋਝੀ ਪੈਂਦੀ ਹੈ। ਸਾਡੇ ਅੰਦਰ ਇੱਕ ਨਵੀਂ ਤਾਂਘ ਪੈਦਾ ਹੁੰਦੀ ਹੈ ਕਿ ਸਾਡੇ ਗੁਰੂ ਨੇ, ਸਾਡੇ ਰਹਿਬਰ ਨੇ ਸਾਡੇ ਲਈ ਇੰਨਾ ਕੁਝ ਕੀਤਾ ਹੈ ਅਤੇ ਕੀ ਅਸੀਂ ਉਹਨਾਂ ਦੇ ਜਿਹੜੇ ਪਾਏ ਹੋਏ ਪੂਰਨਿਆਂ 'ਤੇ ਚੱਲਦੇ ਹਾਂ। ਇਹ ਇੱਕ ਵਿਚਾਰਨ ਵਾਲਾ ਵਿਸ਼ਾ ਹੁੰਦਾ ਹੈ। ਦਾਸ ਨੇ ਪਿਛਲੇ ਸਾਲ ਤੋਂ ਮਿਹਨਤ ਕਰਕੇ ਇਸੇ ਵਾਰੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਰਸਾਲਾ ਹੈ ਗੁਰਮਤਿ ਪ੍ਰਕਾਸ਼, ਉਹਦੇ ਵਿੱਚ ਲੇਖ ਛਪਿਆ ਹੈ ਦੁਨੀਆ ਦਾ ਮਹਾਨ ਕ੍ਰਾਂਤੀਕਾਰ ਭਗਤ ਰਵਿਦਾਸ ਜੀ, ਉਹ ਇਸੇ ਬਾਰੇ ਛਪਿਆ ਹੈ। ਉਹਦੇ ਵਿੱਚ ਜਿਹੜੀ ਜਿੰਨੀ ਕੁ ਮੈਂ ਵਿਚਾਰਧਾਰਾ ਉੱਥੇ ਪ੍ਰਗਟ ਕੀਤੀ ਹੈ, ਕਿਉਂਕਿ ਅਸੀਂ ਵਿਸ਼ੇਸ਼ ਜਥਾ ਲੈ ਕੇ ਪਿਛਲੇ ਸਾਲ ਕੋਵਿਡ ਤੋਂ ਪਹਿਲਾਂ ਜਦੋਂ ਨਾਨਕ ਮੱਤੇ ਗਏ, ਪਟਨਾ ਸਾਹਿਬ ਗਏ, ਤਾਂ ਅਸੀਂ ਕਾਂਸ਼ੀ ਵੀ ਗਏ। ਉੱਥੇ ਅਸੀਂ ਸਾਰਾ ਸਥਾਨ, ਸਾਡਾ ਬੜਾ ਸਤਿਕਾਰ ਕੀਤਾ। ਉਸ ਸਥਾਨ 'ਤੇ ਜਾ ਕੇ ਰਾਤ ਨੂੰ ਅਸੀਂ ਫਿਰ ਗੰਗਾ 'ਤੇ ਵੀ ਗਏ, ਉਹ ਵੀ ਦ੍ਰਿਸ਼ ਦੇਖ ਕੇ ਆਏ। ਪੁੱਛਿਆ ਜਾ ਕੇ ਵੀ ਇਸ ਤਰ੍ਹਾਂ ਭਗਤ ਜੀ ਕਿਸ ਤਰ੍ਹਾਂ ਬਤੀਤ ਕਰਦੇ ਸਨ ਆਪਣਾ ਜੀਵਨ, ਕਿਵੇਂ ਬਹਿੰਦੇ ਹੁੰਦੇ ਸਨ। ਮੈਂ ਪੁੱਛ ਕੇ ਆਇਆ, ਮੈਂ ਕਿਹਾ ਕਿੱਥੇ ਬਹਿੰਦੇ ਹੁੰਦੇ ਸਨ। ਫਿਰ ਉਹਨਾਂ ਨੇ ਬੜਾ ਦੱਸਿਆ ਸਾਨੂੰ, ਕਿਉਂਕਿ ਜਲੰਧਰ ਤੋਂ ਮੇਰੇ ਦੋਸਤ ਨੇ ਮੇਰੇ ਨਾਲ ਥਾਣੇਦਾਰ, ਉਹਨਾਂ ਨੇ ਫਿਰ ਉਹਨਾਂ ਨੂੰ ਡਿਊਟੀ ਲਾਈ ਸੀ ਵੀ ਚਲੋ ਸਾਡਾ ਉਹਨਾਂ ਨੇ ਬੜਾ ਸਤਿਕਾਰ ਕੀਤਾ। ਫਿਰ ਉਹ ਭਗਤ ਜੀ ਦਾ ਸਾਰਾ ਸਥਾਨ ਦੇਖ ਕੇ ਇੱਕ ਮਨ ਦੇ ਵਿੱਚ ਹੁੰਦਾ ਸੀ ਵੀ ਕਿੰਨੀ ਵੱਡੀ ਘਾਲਣਾ ਘਾਲੀ ਉਸ ਸਥਾਨ 'ਤੇ ਪੈਦਾ ਹੋਣਾ ਜਿੱਥੋਂ ਵੱਡੇ ਵੱਡੇ ਵਿਦਵਾਨ ਸਨ, ਵੱਡੇ ਵੱਡੇ ਵਿਦਵਾਨ। ਜਦੋਂ ਵੱਡੇ ਵੱਡੇ ਵਿਦਵਾਨਾਂ ਦੇ ਵਿੱਚੋਂ ਇੱਕ ਛੋਟੇ ਜਿਹੇ, ਕਹਿੰਦੇ ਨਹੀਂ ਹੁੰਦੇ, ਦਰਖਤ ਨੇ ਜੀ ਉੱਠਣਾ ਹੋਵੇ ਤਾਂ ਉਹਨੂੰ ਕਿੰਨੀ ਸਟਰਗਲ ਕਰਨੀ ਪੈਂਦੀ ਹੈ। ਉਹ ਆਪਾਂ ਸਾਰਾ ਜੀਵਨ ਪੜ੍ਹਦੇ ਹਾਂ। ਅਰੇ ਬੜੀ ਵੱਡੀ ਗੱਲ ਹੈ, ਭਗਤ ਜੀ ਨੇ ਆਪਣੀ ਬਾਣੀ ਦੇ ਵਿੱਚ ਵੀ ਸਾਰਾ ਕੁਝ ਲਿਖਿਆ ਹੈ ਸਪਸ਼ਟ। ਸੋ ਗੱਲ ਕਰਦੇ ਹਾਂ ਆਪਾਂ, ਭਗਤ ਜੀ ਨੇ ਜਦੋਂ ਤਪ ਕੀਤਾ, ਸਤਿਗੁਰਾਂ ਨੇ ਜੋ ਪਰਮੇਸ਼ਰ ਨੇ ਉਹਨਾਂ ਨੂੰ ਜੋ ਇੱਕ ਤਾਕਤ ਬਖਸ਼ੀ, ਮੇਰੀ ਗੱਲ ਨੂੰ ਧਿਆਨ ਨਾਲ ਸੁਣਨਾ, ਤਾਂ ਕਿਉਂਕਿ ਸੰਸਾਰ ਦੇ ਵਿੱਚ ਇਹ ਕੁਦਰਤੀ ਵਰਤਾਰਾ ਹੈ। ਜਿਹੜਾ ਬੰਦਾ ਤਾਕਤਵਰ ਹੋਵੇ ਕਦੇ ਵੀ ਉਹ ਆਪਣਾ ਨੀਵੇਂ ਬੰਦੇ ਨੂੰ ਕਦੇ ਵੀ ਉੱਠਣ ਨਹੀਂ ਦੇਵੇਗਾ। ਇਹ ਗੱਲ ਸਮਝਣ ਵਾਲੀ ਹੈ, ਕਿਉਂਕਿ ਤਾਕਤਵਰ ਕਦੇ ਵੀ ਤੁਹਾਨੂੰ ਬਰਾਬਰ ਦਾ ਦਰਜਾ ਨਹੀਂ ਦੇਵੇਗਾ। ਇਹ ਗੱਲ ਸਮਝੋ। ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਿਓ, ਚਾਹੇ ਉਹ ਰਾਜ ਸੱਤਾ ਹੋਵੇ, ਚਾਹੇ ਉਹ ਸ਼ਹਿਰ ਦਾ ਪ੍ਰਬੰਧ ਹੋਵੇ, ਚਾਹੇ ਉਹ ਪਿੰਡ ਦਾ ਪ੍ਰਬੰਧ ਹੋਵੇ, ਚਾਹੇ ਘਰ ਦਾ ਪ੍ਰਬੰਧ ਹੋਵੇ। ਘਰ ਦੇ ਜਿਹੜੇ ਵੱਡੇ ਹੁੰਦੇ ਨੇ ਉਹ ਜਲਦੀ ਛੋਟਿਆਂ ਨੂੰ ਜਿਹੜੀ ਸੱਤਾ ਹੈ ਨਹੀਂ ਦਿੰਦੇ ਹੈਗੇ, ਤਾਕਤ ਨਹੀਂ ਦਿੰਦੇ ਹੈਗੇ। ਜਦੋਂ ਭਗਤ ਜੀ ਉੱਥੇ ਵਿਚਰੇ ਤਾਂ ਉਹਨਾਂ ਨੇ ਦੇਖਿਆ ਵੀ ਇਹ ਸੰਸਾਰ ਦੇ ਵਿੱਚ, ਇਸ ਦੇਸ਼ ਦੇ ਵਿੱਚ ਜਿਹੜੇ ਤਾਕਤਵਰ ਲੋਕ ਨੇ ਇਹ ਸਾਨੂੰ ਅੱਗੇ ਵਧਣ ਨਹੀਂ ਦੇਣਗੇ। ਤਾਂ ਭਗਤ ਜੀ ਨੇ ਜਿਹੜੀ ਗੱਲ ਉੱਥੇ ਕੀਤੀ, ਉਹਨਾਂ ਨੇ ਜਿਹੜੀ ਉਹ ਲਕੀਰ ਖਿੱਚੀ ਹੋਈ ਸੀ ਉਸ ਲਕੀਰ ਨੂੰ ਮਿਟਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਭਗਤ ਜੀ ਨੇ ਕਿਹਾ ਛੱਡ ਦਿਓ ਇਹਨਾਂ ਨੂੰ, ਸਾਨੂੰ ਇਹਨਾਂ ਤੱਕ ਕੋਈ ਮਤਲਬ ਨਹੀਂ ਹੈਗਾ। ਤਾਂ ਭਗਤ ਜੀ ਨੇ ਉਹਦੇ ਇੱਕ ਬਰਾਬਰ ਲੀਕ ਖਿੱਚ ਦਿੱਤੀ, ਜਿਹਨੂੰ ਆਪਾਂ ਕਹਿੰਦੇ ਹਾਂ ਬੇਗਮਪੁਰਾ ਸ਼ਹਿਰ ਕੋ ਨਾ। ਭਗਤ ਜੀ ਨੇ ਕਿਹਾ ਵੀ ਤੁਹਾਨੂੰ ਲੋੜ ਨਹੀਂ ਇਹਨਾਂ ਨਾਲ ਮੈਂ ਬਹਿਸ ਕਰਨ ਦੀ। ਆਪਣੀ ਸਿਆਣਾ ਬੰਦਾ ਜਿਹੜਾ ਹੁੰਦਾ ਹੈ, ਓਏ ਇੱਕ ਮਿੰਟ ਬੇਟੇ, ਚੁੱਪ ਬੇਟੇ ਬਹਿ ਜਾ। ਜਿਹੜਾ ਸਿਆਣਾ ਬੰਦਾ ਹੁੰਦਾ ਹੈ ਉਹ ਆਪਣੀ ਕਦੇ ਵੀ ਐਨਰਜੀ ਉਹ ਚੀਜ਼ 'ਤੇ ਨਹੀਂ ਲਾਏਗਾ ਜਿਹਦੇ ਨਾਲ ਉਹਦੀ ਐਨਰਜੀ ਖਤਮ ਹੁੰਦੀ ਹੋਵੇ। ਉਹ ਆਪਣੀ ਤਾਕਤ ਨੂੰ ਹਮੇਸ਼ਾ, ਸਿਆਣਾ ਬੰਦਾ, ਤਾਂ ਹੀ ਤਾਂ ਸਤਿਗੁਰਾਂ ਨੇ ਕਿਹਾ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਦੂਜੀ ਗੱਲ ਗੁਰਬਾਣੀ 'ਚ ਆਈ ਆ, ਮਨਮੁਖ ਨਾਲੋਂ ਟੁੱਟੀ ਭੋਲੀ। ਤੀਜੀ ਗੱਲ ਲਿਖੀ ਆ ਸਤਿਗੁਰਾਂ ਨੇ, ਮੂਰਖੇ ਨਾਲ ਨਾ ਲੁੱਝੀਏ। ਇਹ ਤਿੰਨ ਗੱਲਾਂ ਸਾਨੂੰ ਗੁਰਸਿੱਖਾਂ ਨੂੰ ਹਮੇਸ਼ਾ ਯਾਦ ਰੱਖਣੀਆਂ ਪੈਣੀਆਂ ਨੇ। ਤੁਹਾਡੇ ਨਾਲ ਕੋਈ ਬੰਦਾ ਬਹਿਸ ਕਰਦਾ,
ਕਿਉਂਕਿ ਤੁਸੀਂ ਉਹਨੂੰ ਬਹਿਸ ਦੇ ਵਿੱਚ ਹਰਾ ਵੀ ਲਵੋਗੇ ਪਰ ਤੁਹਾਡੇ ਮਨ ਦੇ ਅੰਦਰ ਟੈਨਸ਼ਨ ਪੈਦਾ ਕਰ ਦੇਗਾ। ਤੁਸੀਂ ਸੋਚੀ ਜਾਵੋਗੇ, ਤੁਸੀਂ ਕਿਸੇ ਨਾਲ ਲੜੇ ਹੋ, ਗੁੱਥਮ ਗੁੱਥਾ ਹੋਏ ਹੋ, ਜਿੱਤ ਕੋ ਵੀ ਕੋਈ ਜਾਵੇ, ਪਰ ਜਿਹੜੀ ਤੁਹਾਡੀ ਇੱਕ ਜਿਹੜੀ ਕੌਨਸੈਂਟਰੇਸ਼ਨ ਸੀ, ਇਕਾਗਰਤਾ ਸੀ, ਉਹ ਭੰਗ ਹੋ ਜਾਂਦੀ ਹੈ। ਭਗਤ ਜੀ ਨੇ ਇਸ ਗੱਲ ਦਾ ਧਿਆਨ ਰੱਖਿਆ ਵੀ ਮੈਂ ਇਹਨਾਂ ਲੋਕਾਂ ਦੇ ਨਾਲ ਬਹਿਸ ਨਹੀਂ ਕਰਨੀ। ਉਹਨਾਂ ਨੇ ਫਿਰ, ਕਿਉਂਕਿ ਉਹਨਾਂ ਦੀ ਜੋਤ ਵਾਹਿਗੁਰੂ ਨਾਲ ਮਿਲੀ ਹੋਈ ਸੀ, ਪਰਮੇਸ਼ਰ ਨਾਲ ਜੋਤ ਮਿਲੀ ਹੋਈ ਸੀ, ਫਿਰ ਸਾਨੂੰ ਕਿਸੇ ਦਾ ਕੀ ਡਰ ਬਈ, ਬੰਦਿਆਂ ਦਾ ਕੀ ਡਰ ਸਾਨੂੰ। ਜਦੋਂ ਰੱਬ ਨਾਲ ਹੀ ਸਾਡੀ ਜੋਤ ਇੱਕਮਿਕ ਹੋ ਗਈ ਤਾਂ ਉੱਤੇ ਆ ਕੇ ਬੰਦਿਆਂ ਦਾ ਸਾਡਾ ਕੀ ਡਰ ਹੋਇਆ। ਭਗਤ ਜੀ ਨੇ ਬੇਗਮਪੁਰਾ ਸ਼ਹਿਰ ਦਾ ਇੱਕ ਜਿਹੜਾ ਸਿਧਾਂਤ ਹੈ, ਇੱਕ ਉਹਨਾਂ ਨੇ ਖੜਾ ਕੀਤਾ। ਬੇਗਮਪੁਰਾ ਸ਼ਹਿਰ ਕੋ ਨਾਉ ਬਈ ਲਓ ਮੇਰੇ ਪਿਆਰਿਓ, ਤੁਸੀਂ ਕਿਸੇ ਨਾਲ ਝਗੜਨਾ ਨਹੀਂ। ਹਾਲਾਂਕਿ ਵੱਖਰੀ ਗੱਲ ਆ, ਅਸੀਂ ਇਹ ਗੱਲਾਂ ਨੂੰ ਸਮਝ ਨਹੀਂ ਸਕੇ। ਇਹ ਮੈਂ ਬਾਰ-ਬਾਰ ਜ਼ੋਰ ਦਿੰਦਾ ਹੁੰਦਾ ਲੈਕਚਰਾਂ 'ਤੇ ਕਿ ਭਗਤ ਜੀ ਦੀ ਗੱਲ ਨੂੰ ਸਮਝੋ। ਨੀਚ ਹੋ ਕੇ ਭਗਤ ਜੀ ਵੀ ਫਰਜ਼ ਕਰੋ। ਆਪਾਂ ਕਹਿੰਦੇ ਆ ਜਾਤ ਪਾਤ ਅਸੀਂ ਤਾਂ ਮੰਨਦੇ ਨਹੀਂ ਹੈਗੇ, ਨਾ ਸਾਡੀ ਗੁਰਬਾਣੀ ਮੰਨਦੀ ਹੈ। ਇਹ ਜਿਹੜੇ ਸਾਡੇ ਮੂਰਲੇ ਲੋਕ ਹੁੰਦੇ ਨੇ ਨਾ, ਜਿਨ੍ਹਾਂ ਨੇ ਆਪਣੀ ਚੌਧਰ ਚੌਧਰ ਜੀ ਕਰਨੀ ਹੁੰਦੀ ਆ, ਇਹ ਲੋਕ ਇਹ ਚੀਜ਼ਾਂ ਨੂੰ ਮੰਨਦੇ ਨੇ। ਤਾਂ ਭਗਤ ਜੀ ਨੇ ਇਹ ਗੱਲ ਕਹੀ ਸੀ ਕਿ ਸਾਡੇ ਕੋਲ ਜਿਹੜੇ ਵਿਚਾਰ ਨੇ ਉਹ ਉੱਚੇ ਹੋ ਗਏ ਨੇ। ਉੱਚੇ ਵਿਚਾਰਾਂ ਦੇ ਨਾਲ ਅਸੀਂ ਜਿਹਦਾ ਮਰਜ਼ੀ ਮੁਕਾਬਲਾ ਕਰ ਸਕਦੇ ਹਾਂ। ਭਗਤ ਜੀ ਨੇ ਫਿਰ ਉਹ ਜਿਹੜਾ ਬੇਗਮਪੁਰਾ ਸ਼ਹਿਰ ਕੋ ਨਾਉ, ਉਹਦਾ ਸਿਧਾਂਤ ਦਿੱਤਾ ਵੀ ਇੱਥੇ ਉਹ ਲੋਕ ਵਸਣਗੇ ਜਿਨ੍ਹਾਂ ਦੇ ਵਿੱਚ ਕੋਈ ਵੀ ਊਚ ਨੀਚ ਨਹੀਂ ਹੋਏਗੀ। ਉਹਨਾਂ ਦਾ ਜੀਵਨ ਇੱਕੋ ਜਿਹਾ ਹੋਏਗਾ, ਉਹਨਾਂ ਦਾ ਰਹਿਣ ਸਹਿਣ ਇੱਕੋ ਜਿਹਾ ਹੋਏਗਾ। ਉਹ ਸਾਰੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਹੋਣਗੇ। ਸਭ ਕੋ ਮੀਤ ਹਮ ਆਪਨ ਕੀ ਨਾ, ਹਮ ਸਭ ਨਾ ਕੇ ਸਾਜਨ। ਇਹ ਭਗਤ ਜੀ ਦੀ ਵਿਚਾਰਧਾਰਾ ਸੀ। ਉਹ ਕਹਿੰਦੇ ਸੀ ਕਿ ਅਸੀਂ ਇੱਦਾਂ ਦਾ ਇੱਕ ਸੰਸਾਰ ਬਣਾਉਣਾ ਹੈ ਕਿ ਜਿਹਦੇ ਵਿੱਚ ਸਾਨੂੰ ਇੱਕੋ ਜਿਹਾ ਇਨਸਾਫ ਨਿਆਂ ਮਿਲੇ। ਹੋਰ ਵੱਲ ਸਾਨੂੰ ਝਾਕਣ ਦੀ ਲੋੜ ਨਹੀਂ ਹੈ। ਆਪਾਂ ਕਿਸੇ ਦੇ ਘਰ ਵੱਲ ਝਾਕੀ ਜਾਵਾਂਗੇ, ਉਹ ਆਪਣਾ ਜੀਵਨ ਬਤੀਤ ਕਰਦਾ ਹੈ। ਲੋੜ ਹੈ ਸਾਨੂੰ ਆਪਣਾ ਘਰ ਵਧੀਆ ਬਣਾਉਣ ਦੀ, ਉਹਦਾ ਭਾਅ ਸਾਨੂੰ ਤਾਂ ਹੀ ਹੈ। ਭੁੱਖ ਸਾਨੂੰ ਲੱਗੀ ਹੋਈ ਹੈ ਤਾਂ ਆਪਾਂ ਦੂਜੇ ਨੂੰ ਕਹਿ ਲਈਏ ਤੂੰ ਮੇਰੀ ਜਗ੍ਹਾ 'ਤੇ ਰੋਟੀ ਖਾ ਲੈ, ਤਾਂ ਸਾਡੀ ਭੁੱਖ ਤਾਂ ਮਿਟਣੀ ਹੀ ਨਹੀਂ। ਸਾਡੀ ਭੁੱਖ ਤਦੇ ਮਿਟੇਗੀ ਜਦੋਂ ਅਸੀਂ ਰੋਟੀ ਖਾਵਾਂਗੇ। ਸਾਡੇ ਵਿਚਾਰ, ਸਾਡੀ ਰਹਿਣੀ ਸਹਿਣੀ ਉਦੋਂ ਹੀ ਉੱਚੀ ਹੋਏਗੀ ਜਦੋਂ ਅਸੀਂ ਭਗਤ ਜੀ ਦੀ ਬਾਣੀ, ਦੇਖੋ ਭਗਤ ਜੀ ਦੀ ਬਾਣੀ ਪੜ੍ਹ ਕੇ ਦੇਖੋ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਲੇਖੇ ਲਾਤਾ ਜਨਮ, ਵਾਹਿਗੁਰੂ ਦੇ ਲੇਖੇ ਲਾ ਦਿੱਤਾ। ਔਰ ਜਿਹੜੇ ਵਾਹਿਗੁਰੂ ਦੇ ਲੇਖੇ ਲਾਉਂਦੇ ਨੇ ਉਹ ਫਿਰ ਸੰਸਾਰ ਦਾ ਭਲਾ, ਸੰਸਾਰ ਦੀ ਉਤਪਤੀ, ਸੰਸਾਰ ਦੀ ਚੜ੍ਹਦੀ ਕਲਾ ਉਹ ਆਪਣੇ ਆਪ ਕਰਦੇ ਨੇ। ਇਹ ਭਗਤ ਜੀ ਦਾ ਸਿਧਾਂਤ ਸੀ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਗੱਲ ਕਰਦਾ ਹੁੰਦਾ, ਭਗਤ ਜੀ ਡਰੇ ਨਹੀਂ। ਗੱਲ ਨੂੰ ਸਮਝੋ। ਜਿਹੜੇ ਉਸ ਵੇਲੇ ਦੇ ਹਾਲਾਤ, ਆਪਾਂ ਅੱਜ ਤੋਂ ਤਕਰੀਬਨ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਭਗਤ ਜੀ 92 ਸਾਲ ਵੱਡੇ ਸਨ। ਗੁਰੂ ਨਾਨਕ ਸਾਹਿਬ ਬਾਅਦ 'ਚ ਆਏ ਨੇ 1469 ਦੇ ਵਿੱਚ, ਭਗਤ ਜੀ ਉਦੋਂ ਪਹਿਲਾਂ ਆਏ ਨੇ। ਤਾਂ ਉਸ ਵੇਲੇ ਦੇ ਹਾਲਾਤ ਕੀ ਸੀ? ਉਦੋਂ ਇੰਨੀ ਲੋਕਾਂ ਦੇ ਵਿੱਚ ਜਾਗਰਤੀ ਨਹੀਂ ਸੀ। ਤੁਸੀਂ ਆਪਾਂ ਦੇਖੋ ਅੱਜ ਸਾਡੇ ਕੋਲ ਇੰਨੀ ਬਾਣੀ ਦੀ ਨੌਲੇਜ ਹੋ ਕੇ ਵੀ ਸਾਡੇ ਕੋਲ ਹਰ ਇੱਕ ਮੋਬਾਈਲ ਆ, ਉਹਦੇ 'ਤੇ ਸਾਰੀ ਬਾਣੀ ਲਿਖੀ ਹੋਈ ਹੈ। ਅਸੀਂ ਵੀ ਹਾਲ ਤੱਕ ਉਹਨੇ ਬਹਾਦਰ ਨਹੀਂ ਬਣ ਸਕੇ ਜਿੰਨੇ ਉਹ ਬਹਾਦਰ ਸੀ। ਉਹਨਾਂ ਨੇ ਉਸ ਵੇਲੇ ਉਹਨਾਂ ਲੋਕਾਂ ਦਾ ਮੁਕਾਬਲਾ ਕਿਵੇਂ ਕੀਤਾ, ਪੈਰ ਪੈਰ 'ਤੇ ਜਿੱਥੇ ਲੋਕ ਖੜੇ ਸਨ ਉਹਨਾਂ ਦੇ ਵਿਰੁੱਧ। ਉਹ ਵਿਰੁੱਧ ਕਿਉਂ ਸਨ? ਕਿਉਂਕਿ ਉਹਨਾਂ ਦੀ ਚੌਧਰਦਾਰੀ ਖਤਮ ਹੁੰਦੀ ਸੀ। ਇੱਕ ਬੰਦਾ ਬਰਾਬਰ ਉੱਠ ਖੜੇ, ਤਕੜਾ ਹੋ ਜਾਵੇ, ਪਹਿਲਾਂ ਤੁਹਾਨੂੰ ਤਾਨੇ ਮੇਣੇ ਦਿੰਦੇ ਆ, ਕਿਵੇਂ ਉੱਠ ਖੜਿਆ, ਇਹ ਕਿਵੇਂ ਖੜਾ ਹੋ ਗਿਆ ਬਈ, ਅਸੀਂ ਤਾਂ ਉਹਦੇ ਰਾਜੇ ਸੀ, ਸਾਡੇ ਹੁੰਦੇ ਕਿਵੇਂ ਖੜਾ ਹੋ ਗਿਆ ਇਹ। ਪਰ ਨਹੀਂ, ਕਿਉਂਕਿ ਵਾਹਿਗੁਰੂ ਦਾ ਹੁਕਮ ਸੀ, ਇਹ ਪਰਮੇਸ਼ਰ ਦਾ ਹੁਕਮ ਸੀ ਕਿ ਤੁਸੀਂ ਜਾਓ ਮਾਤ ਲੋਕ ਦੇ ਵਿੱਚ ਜਾ ਕੇ ਇੱਕ ਧਰਮ ਜਿਹੜਾ ਸਥਾਪਿਤ ਕਰੋ। ਉਹ ਉੱਥੇ ਫਿਰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਰਹਿ ਕੇ ਭਗਤ ਜੀ ਨੇ ਨਾਲ ਆਪਣੀ ਕਿਰਤ ਵੀ ਕੀਤੀ। ਇਹ ਵੀ ਗੱਲ ਧਿਆਨ ਦੇਣ ਵਾਲੀ ਆ ਵੀ, ਕਿਉਂਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਪਹਿਲਾਂ ਕਿਰਤ ਕਰਨੀ, ਫਿਰ ਨਾਮ ਜਪਣਾ, ਅਖੀਰ 'ਤੇ ਵੰਡ ਕੇ ਛਕਣਾ। ਇਹ ਤਿੰਨ ਸਾਡੇ ਸਿਧਾਂਤ ਨੇ ਗੁਰੂ ਘਰ ਦੇ। ਇਹ ਤਿੰਨਾਂ ਸਿਧਾਂਤਾਂ ਨੂੰ ਜਦੋਂ ਅਸੀਂ ਮੰਨਦੇ ਹਾਂ
ਫਿਰ ਗੁਰੂ ਨਾਨਕ ਸਾਹਿਬ ਨੇ ਜਦੋਂ ਉਦਾਸੀਆਂ ਸ਼ੁਰੂ ਕੀਤੀਆਂ, ਫਿਰ ਭਗਤ ਜੀ ਦੀ ਬਾਣੀ ਉੱਥੋਂ ਇਕੱਤਰ ਕੀਤੀ, ਭਗਤ ਕਬੀਰ ਜੀ ਦੀ ਬਾਣੀ ਇਕੱਤਰ ਕੀਤੀ, ਲਿਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਸ਼ੋਭਿਤ ਕੀਤਾ। ਔਰ ਪਤਾ ਫਿਰ ਕੀ ਲਿਖਿਆ ਵਿੱਚ ਸਤਿਗੁਰਾਂ ਨੇ? ਬਾਣੀ ਭਗਤ ਰਵਿਦਾਸ ਜੀਓ ਕੀ। ਕਿੰਨੇ ਸਤਿਕਾਰ! ਬਾਣੀ ਭਗਤ ਰਵਿਦਾਸ ਜੀ ਕੀ, ਕਿੰਨਾ ਸਤਿਕਾਰ ਦਿੱਤਾ ਗੁਰੂ ਨਾਨਕ ਸਾਹਿਬ ਨੇ। ਲਿਖਿਆ ਆਪ ਹੈਡਿੰਗ ਬਣਾ ਕੇ, ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਉਹਨੂੰ ਅੰਕਿਤ ਭਾਈ ਗੁਰਦਾਸ ਜੀ ਤੋਂ ਕਰਵਾਇਆ ਸਾਰਾ। ਅੱਜ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਇਹਦੇ ਵਿੱਚ ਉਹੀ ਵਿਚਾਰਧਾਰਾ, ਉਹੀ ਪਰਿਵਾਰ ਬਣਾਇਆ ਗਿਆ ਜਿਨ੍ਹਾਂ ਦਾ ਇੱਕ ਰਾਹ ਹੈ, ਜਿਨ੍ਹਾਂ ਦੀ ਇੱਕ ਸੋਚ ਹੈ, ਜਿਨ੍ਹਾਂ ਦਾ ਜੀਵਨ ਇੱਕ ਹੈ, ਜਿਹੜੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਇਹ ਉਹ ਬਾਣੀ ਹੈ ਉਹਨਾਂ ਦੀ, ਬਈ ਇੱਥੇ ਤਾਂ ਜੌਂ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆ। ਇਹ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਾਰੀ ਬਾਣੀ ਇਕੱਤਰ ਕਰਕੇ ਭਗਤ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਰਾਬਰਤਾ ਲਿਆ ਕੇ ਦਿੱਤੀ। ਇਸ ਕਰਕੇ ਆਪਾਂ ਭਗਤ ਜੀ ਦੇ ਜਿਹੜਾ ਜੀਵਨ ਹੈ, ਆਪਾਂ ਹਲੇ ਵੀ ਉੱਥੇ ਖੜ੍ਹੇ ਹਾਂ। ਮੈਂ ਹਰ ਇੱਕ ਥਾਂ 'ਤੇ ਇਹ ਲੈਕਚਰ ਦੇ ਵਿੱਚ ਗੱਲ ਕਹਿਣਾ ਹੁੰਦਾ ਕਿ ਭਗਤ ਜੀ ਨੂੰ ਤਾਂ ਸਤਿਕਾਰ ਮਿਲਿਆ, ਉਹਨਾਂ ਨੇ ਆਪਣਾ ਜੀਵਨ ਉੱਚਾ ਕੀਤਾ, ਰਹਿਣੀ ਸਹਿਣੀ ਉੱਚੀ ਕੀਤੀ, ਉਹਨਾਂ ਨੇ ਆਪਣੇ ਵਿਚਾਰ ਉੱਚੇ ਕੀਤੇ। ਕੋਈ ਸੋਹਣੇ ਕੱਪੜੇ ਪਾ ਕੇ ਉੱਚਾ ਨਹੀਂ ਹੋ ਜਾਂਦਾ। ਸੋਹਣੇ ਕੱਪੜੇ ਪਾ ਕੇ ਇੱਕ ਬੰਦੇ ਦੀ ਦਿੱਖ ਹੋ ਸਕਦੀ ਹੈ, ਪਰ ਜਦੋਂ ਮੂੰਹੋਂ ਬੋਲਦਾ ਹੈ ਫਿਰ ਸਾਨੂੰ ਪਤਾ ਲੱਗਦਾ ਹੈ ਵੀ ਬੰਦਾ ਕਿੱਥੇ ਕੁ ਖੜਾ ਹੈ। ਜਿਹੜਾ ਸਿੱਕਾ ਹੁੰਦਾ ਹੈ ਉਹਦੇ ਵਿੱਚ ਜਿਹੜੀ ਧਾਤਾਂ ਦੀ ਮਾਤਰਾ ਵੀ ਪੂਰੀ ਹੋਣੀ ਚਾਹੀਦੀ ਹੈ, ਉਹਦੇ ਉੱਪਰ ਮੋਹਰ ਵੀ ਲੱਗੀ ਪੂਰੀ ਹੋਣੀ ਚਾਹੀਦੀ ਹੈ। ਜੇ ਉਹਨਾਂ 'ਚੋਂ ਇੱਕ ਚੀਜ਼ ਵੀ ਘੱਟ ਹੋ ਗਈ ਤਾਂ ਉਹ ਜਿਹੜਾ ਸਿੱਕਾ ਹੈ ਉਹ ਖੋਟਾ ਗਿਣਿਆ ਜਾਂਦਾ ਹੈ। ਇਸੇ ਕਰਕੇ ਭਗਤ ਜੀ ਦਾ ਜਿਹੜਾ ਜੀਵਨ ਸੀ ਉਹ ਬੜਾ ਉੱਚਾ ਸੀ। ਸਾਨੂੰ ਗੁਰਸਿੱਖਾਂ ਨੂੰ ਜਿਹੜਾ ਜੀਵਨ ਹੈ ਬੜਾ ਆਪਣਾ ਉੱਚਾ ਕਰਨਾ ਪੈਣਾ ਹੈ। ਬਾਣੀ ਰੋਜ਼ ਆਪਾਂ ਪੜ੍ਹੀਏ, ਸਤਿਗੁਰਾਂ ਦੀ ਬਾਣੀ ਨਿਤਨੇਮ ਕਰੀਏ ਰੋਜ਼। ਇਹ ਸੁਰਿੰਦਰ ਸਿੰਘ ਕਾਕਾ ਚਲੋ ਮੇਰੇ ਨਾਲ ਕੰਟੈਕਟ ਹੋਇਆ ਅਤੇ ਕਹਿੰਦੇ ਵੀ ਅਸੀਂ ਵੀਰ ਜੀ ਸਾਡਾ ਗੁਰਦੁਆਰਾ ਸਾਹਿਬ ਦੀ ਰਜਿਸਟ੍ਰੇਸ਼ਨ ਕਰਾਉਣੀ ਹੈ, ਕਿਉਂਕਿ ਅੱਜ ਕੱਲ੍ਹ ਅੱਗੇ ਵਾਲੇ ਕੰਮ ਨਹੀਂ ਰਹੇ ਖਾਲਸਾ ਜੀ। ਬੈਂਕਾਂ ਦੇ ਵਿੱਚ ਸਾਰੇ ਥਾਂ 'ਤੇ ਬੜੀ ਇਨਵੈਸਟੀਗੇਸ਼ਨ ਹੋਣ ਲੱਗ ਗਈ, ਖਾਸ ਕਰਕੇ ਗੁਰਦੁਆਰਿਆਂ ਦੀ, ਮੰਦਰਾਂ ਦੀ, ਸੰਸਥਾਵਾਂ ਦੀ। ਖਾਤੇ ਨਹੀਂ ਖੁੱਲ੍ਹਦੇ ਅੱਜ ਕੱਲ੍ਹ। ਫਿਰ ਉਹਨਾਂ ਦਾ ਰਿਕਾਰਡ ਦੇਖਿਆ ਜਾਂਦਾ ਹੈ ਵੀ ਇਹਨਾਂ ਨੇ ਕੀ ਕੀਤਾ ਹੈ। ਸੋ ਸਾਰੀ ਉਹ ਅਸੀਂ ਜਦੋਂ ਰਜਿਸਟ੍ਰੇਸ਼ਨ ਕਰਾਈ, ਮੇਰਾ ਇਹਨਾਂ ਨਾਲ ਰਾਬਤਾ ਹੋਇਆ ਅਤੇ ਅਸੀਂ ਮੈਂ ਇਹ ਮੁੰਡਿਆਂ ਨੂੰ ਵੀ ਇਹੀ ਗੱਲ ਕਹੀ ਹੈ ਵੀ ਤੁਸੀਂ ਵੱਧ ਤੋਂ ਵੱਧ ਸੰਗਤ ਨੂੰ ਜਿਹੜਾ ਆਪਾਂ ਜੋੜੀਏ, ਜਿਵੇਂ ਅਸੀਂ ਦੁਰਾਹੇ ਜੋੜਦੇ ਹਾਂ। ਅਤੇ ਹੁਣ ਮੈਂ ਇਹਨਾਂ ਨੂੰ ਅੱਜ ਤੁਹਾਨੂੰ ਇਹ ਵੀ ਕਹਿ ਚੱਲਿਆ ਵੀ ਕਿਉਂਕਿ ਅਸੀਂ ਕੋਵਿਡ ਕਰਕੇ ਗੁਰਮਤਿ ਦੀਆਂ ਕਲਾਸਾਂ ਬੰਦ ਕਰ ਦਿੱਤੀਆਂ ਸੀ। ਦੁਰਾਹੇ ਸਾਡੀ ਇੱਕ ਕਲਾਸ ਦੇ ਵਿੱਚ ਤਕਰੀਬਨ 300 ਤੋਂ ਲੈ ਕੇ 400 ਦਾ ਬੱਚਾ ਜਿਹੜਾ ਸਾਡੀ ਕਲਾਸ ਅਟੈਂਡ ਕਰਦਾ ਸੀ। ਇਸ ਜਗ੍ਹਾ 'ਤੇ ਵੀ ਤੁਹਾਡੇ ਇਸੇ ਸਥਾਨ 'ਤੇ ਵੀ ਜਦੋਂ ਅਸੀਂ ਜੁਲਾਈ ਦੇ ਵਿੱਚ ਕਲਾਸਾਂ ਸ਼ੁਰੂ ਕਰਾਂਗੇ ਤਾਂ ਉਹ ਕਲਾਸ ਵੀ ਤੁਹਾਡੇ ਇਸੇ ਜਗ੍ਹਾ 'ਤੇ ਅਸੀਂ ਕੰਟੀਨਿਊ ਜਿਹੜੀ ਆ ਸ਼ੁਰੂ ਕਰਾਂਗੇ। ਤੁਹਾਨੂੰ ਟੀਚਰ ਵੀ ਫ੍ਰੀ ਪ੍ਰੋਵਾਈਡ ਕਰਾਂਗੇ। ਜਿਹੜੇ ਬੱਚੇ ਨੇ ਤੁਹਾਡੇ ਉਹਨਾਂ ਨੂੰ ਵੀ ਅਸੀਂ ਜਿਹੜੀ ਗੁਰਮਤਿ ਦੀ ਹੈ ਜਿੰਨੀ ਵੀ ਸਾਡੇ ਕੋਲ ਗਿਆਨ ਸਾਡੇ ਕੋਲ ਕਿਤਾਬਾਂ ਦੇ ਰਾਹੀਂ ਆਉਂਦਾ ਹੈ ਉਹ ਵੀ ਸਾਰਾ ਅਸੀਂ ਤੁਹਾਡਾ ਇੱਥੇ ਬੱਚਿਆਂ ਨੂੰ ਦੇਵਾਂਗੇ। ਅਤੇ ਇਹ ਅਸੀਂ ਜਿਹੜਾ ਜੁਲਾਈ ਤੋਂ ਤੁਹਾਡੀ ਕਲਾਸ ਸ਼ੁਰੂ ਕਰਿਆ ਕਰਾਂਗੇ। ਅਤੇ ਕੱਲ੍ਹ ਨੂੰ ਤੁਹਾਡਾ ਨਗਰ ਕੀਰਤਨ ਵੀ ਹੈ, ਬੜੀ ਖੁਸ਼ੀ ਦੀ ਗੱਲ ਹੈ। ਮੈਂ ਤਾਂ ਮੁੰਡੇ ਨੂੰ ਹੱਸਦਾ ਸੀ, ਮੈਂ ਤੁਸੀਂ ਸਾਨੂੰ ਸੇਵਾ ਦੱਸੋ ਅਸੀਂ ਕੀ ਕਰ ਸਕਦੇ ਹਾਂ। ਕੱਲ੍ਹ ਨੂੰ ਗੁਰਦੁਆਰਾ ਸਾਹਿਬ ਦੀ ਗੱਡੀ ਵੀ ਅਸੀਂ ਭੇਜ ਰਹੇ ਹਾਂ। ਹੋਰ ਵੀ ਕੋਈ ਸੇਵਾ ਹੈ, ਮੈਂ ਕਿਹਾ ਬਿਸਤਰਿਆਂ ਦੀ ਤੁਹਾਨੂੰ ਲੋੜ ਨਹੀਂ, ਕੋਈ ਖਰਚ ਨਾ ਕਰਿਓ ਬਹੁਤਾ। ਆਪਣੀ ਜਦੋਂ ਵੀ ਲੋੜ ਆ ਉੱਥੇ ਸਾਰਾ ਸਮਾਨ ਸਾਡੇ ਕੋਲ ਗੁਰਦੁਆਰਾ ਸਾਹਿਬ ਪਿਆ ਹੈ। ਜਦੋਂ ਮਰਜ਼ੀ ਅੱਧੀ ਰਾਤ ਜਾ ਕੇ ਲੈ ਕੇ ਆਓ। ਤੁਹਾਡੇ ਔਰ ਸਾਡੇ 'ਚ ਕੋਈ ਫਰਕ ਨਹੀਂ। ਆਪਾਂ ਇੱਕ ਦੂਜੇ ਦੇ ਭਰਾ ਹਾਂ। ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋਲੇ ਬੁਲਾਏ। ਭਰਾ ਇੱਕ ਦੂਜੇ ਦੇ ਕੰਮ ਆਉਂਦੇ ਨੇ, ਸੋ ਭਾਈ ਸੋ ਮੇਰਾ ਮੀਤ। ਇਹ ਆਪਾਂ ਰਲ ਮਿਲ ਕੇ ਚਲਾਉਣਾ ਹੈ। ਗੁਰੂ ਦੀ ਸੇਵਾ ਕਰਕੇ ਜੇ ਸ਼ਾਂਤੀ ਉਹ ਨਾ ਆਈ ਤਾਂ ਫਿਰ ਇਹੋ ਜਿਹੀ ਸੇਵਾ ਦਾ ਕੀ ਫਾਇਦਾ। ਅੰਦਰ ਤੜਫਣਾ ਹੀ ਰਹੀ, ਪਾਠ ਕਰਦੇ ਆਪਾਂ ਬੋਲੀ ਜਾਈਏ, ਆਪਾਂ ਉਹ ਕਰੀਏ, ਦੁਬਿਧਾ ਪੈਦਾ ਕਰੀਏ, ਫਿਰ ਇਹੋ ਜਿਹੇ ਉਹਦਾ ਕੀ ਫਾਇਦਾ। ਇਹ ਤਾਂ ਚੀਜ਼ਾਂ 'ਚੋਂ ਇੰਨੀ ਨਿਮਰਤਾ ਆਪਾਂ ਲੈਣੀ ਆ ਸਤਿਗੁਰਾਂ ਦੀ ਬਾਣੀ ਦੇ ਵਿੱਚੋਂ, ਗੁਰੂ ਖਾਲਸਾ ਜੀ, ਕਿ ਸਾਡਾ ਜੀਵਨ ਬਿਨਾਂ ਬੋਲੇ ਸਾਹਮਣਾ ਸਾਡੇ ਤੋਂ ਪ੍ਰਭਾਵਿਤ ਹੋ ਜਾਵੇ। ਆਪਣੀ ਸ਼ਖਸੀਅਤ ਇੱਦਾਂ ਦੀ, ਪੁਰਾਣੇ ਗੁਰਸਿੱਖਾਂ ਦੀ ਸ਼ਖਸੀਅਤ ਇੱਦਾਂ ਦੀ ਸੀ। ਉਹ ਬੋਲਦੇ ਨਹੀਂ ਸੀ, ਉਹ ਅਨਪੜ੍ਹ ਹੁੰਦੇ ਸੀ। ਉਹ ਅਨਪੜ੍ਹ ਹੁੰਦੇ ਸੀ ਕਿ ਬਹੁਤਾ ਪੜ੍ਹੇ ਲਿਖੇ ਨਹੀਂ ਸੀ ਹੁੰਦੇ, ਪਰ ਉਹਨਾਂ ਦੀ ਸ਼ਖਸੀਅਤ ਹੀ ਇੰਨੀ ਵਧੀਆ ਹੁੰਦੀ ਸੀ ਗੁਰਸਿੱਖਾਂ ਦੀ ਕਿ ਉਹਨਾਂ ਨੂੰ ਦੇਖ ਕੇ ਹੀ ਅੱਜ ਵੀ ਜਦੋਂ ਭਾਈ ਸਾਹਿਬ ਬੈਠੇ ਨੇ ਸਾਹਮਣੇ ਆਪਾਂ ਸਤਿਕਾਰ ਕਰਦੇ ਹਾਂ ਵੀ ਹਾਂ ਭਾਈ ਬਾਣਾ ਪਾਇਆ ਹੋਇਆ ਹੈ ਗੁਰਸਿੱਖੀ ਦਾ। ਇਹ ਚੀਜ਼ਾਂ ਬੜੀਆਂ ਅਸਰ ਕਰਦੀਆਂ ਨੇ।
ਗੁਰਸਿੱਖਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਬੜੀ ਉੱਚੀ, ਸਾਫ਼ ਸੁਥਰੀ ਔਰ ਬਾਣੀ ਦੇ ਰਸੀਏ ਤੁਰੇ ਜਾਂਦੇ। ਅੱਜ ਕੱਲ੍ਹ ਤਾਂ ਬੜੀ ਗੱਲ ਸੌਖਾ ਹੋ ਗਿਆ, ਤੁਸੀਂ ਮੋਬਾਈਲ 'ਤੇ ਬੈਠੇ ਦਫ਼ਤਰ ਪਾਠ ਕਰ ਸਕਦੇ ਹੋ। ਥੋੜ੍ਹਾ ਬਹੁਤਾ ਟਾਈਮ ਹੁੰਦਾ, ਭਾਈ ਗੁਰਦਾਸ ਪੜ੍ਹੀਏ, ਭਾਈ ਨੰਦ ਲਾਲ ਜੀ ਪੜ੍ਹੀਏ, ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਕਿੰਨਾ ਵਧੀਆ ਸਤਿਗੁਰਾਂ ਨੇ ਜਿਹੜਾ ਸ਼ੌਕ ਕੀਤਾ ਹੈ। ਇਸ ਕਰਕੇ ਸਾਰੀ ਸੰਗਤ ਦਾ ਭਾਈ ਬਹੁਤ ਬਹੁਤ ਧੰਨਵਾਦ। ਇਹ ਕੱਲ੍ਹ ਵੀ ਆਉਣਾ ਸੀ, ਸਾਡੇ ਕੋਲ ਟਾਈਮ ਨਹੀਂ ਸੀ ਕਿਉਂਕਿ ਸਾਡੀ ਡਿਊਟੀ ਲੱਗੀ ਹੈ ਇਲੈਕਸ਼ਨਾਂ ਦੇ ਵਿੱਚ ਥੋੜ੍ਹਾ ਜਿਹਾ, ਇਸ ਕਰਕੇ ਅੱਜ ਵੀ ਫਿਰ ਦੁਬਾਰਾ ਫਿਰ ਉਹਨਾਂ ਮਿਸੇ ਬੈਠੇ ਨੇ, ਅਸੀਂ ਕਿਹਾ ਵੀ ਨਾਰਾਜ਼ ਨਹੀਂ ਕਰਨਾ ਕਿਉਂਕਿ ਤੁਹਾਡੇ ਔਰ ਸਾਡੇ 'ਚ ਕੋਈ ਫਰਕ ਨਹੀਂ ਹੈਗਾ। ਸੋ ਤੁਹਾਡਾ ਇਹ ਬਹੁਤ ਬਹੁਤ ਧੰਨਵਾਦ, ਤੁਹਾਡੇ ਦਰਸ਼ਨ ਕਰਨ ਦੇ ਮੌਕੇ ਮਿਲੇ ਅਤੇ ਤੁਹਾਨੂੰ ਭਾਈ ਸਾਰਿਆਂ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਬੱਚਿਆਂ ਨੂੰ ਦੱਸਿਆ ਕਰੋ ਜਾ ਕੇ, ਤੁਹਾਡਾ ਫਰਜ਼ ਬਣਦਾ ਭਾਈ। ਮੇਰੀ ਬੇਨਤੀ ਹੈ ਬੀਬੀਆਂ ਨੂੰ, ਵੀਰਾਂ ਨੂੰ, ਇਹ ਨਾ ਕਿਹਾ ਕਰੋ ਤੁਹਾਡੇ ਨਾਲ ਕੋਈ ਗੁੱਸੇ ਵੀ ਆ ਕੇ ਦੇਖ ਭਾਈ, ਗੁੱਸੇ ਗੱਲੇ ਵੱਖਰੀ ਗੱਲ ਆ। ਗੁਰੂ ਦੀ ਗੱਲ ਮੈਂ ਤੈਨੂੰ ਦੱਸਣਾ ਆ, ਤੈਨੂੰ ਸੁਣਨੀ ਪੈਣੀ ਆ। ਗੁਆਂਢ 'ਚ ਵੀ ਦੱਸਣੀ ਆ ਗੱਲ ਵੀ ਭਾਈ ਮੈਂ ਤੁਹਾਨੂੰ ਦੱਸਣਾ ਆ, ਇਹ ਲੜ ਆਪਾਂ ਫੇਰ ਲਵਾਂਗੇ। ਗੁਰੂ ਤੇਰਾ ਵੀ ਸਾਂਝਾ, ਮੇਰਾ ਵੀ ਸਾਂਝਾ। ਇਸ ਕਰਕੇ ਆਪਾਂ ਸਾਰਿਆਂ ਨੇ ਇੱਦਾਂ ਦਾ ਗੁਰੂ ਦਾ ਪ੍ਰਚਾਰ ਆਪਾਂ ਕਰੀਏ। ਆਨੰਦ ਆਉਂਦਾ ਹੈ, ਬੜਾ ਆਨੰਦ ਆਉਂਦਾ ਹੈ ਜਦੋਂ ਆਪਾਂ ਕਿਸੇ ਨੂੰ ਗੁਰਮਤਿ ਸਿੱਖ ਕੇ ਅਸਾਂ ਸਿਖਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਕਾਰ, ਇਹ ਆਪਾਂ ਕਰਨਾ ਹੈ। ਸੋ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ, ਇੱਥੇ ਤਾਂ ਸਾਰਿਆਂ ਦਾ, ਭਾਈ ਸਾਹਿਬ ਜੀ ਬੈਠੇ ਨੇ, ਵੀਰ ਜੀ ਬੜਾ ਵਧੀਆ ਕੀਰਤਨ ਕੀਤਾ, ਮਨ ਖੁਸ਼ ਹੋਇਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।